ਉਹਨੇ ਉਹ ਪਿੰਡ ਮੋਰਾਂ ਦੇ ਵਿੱਚ ਤੁਸੀਂ ਦੱਸਿਆ? ਹਾਂ, ਪਿੰਡ ਮੋਰੋਂ ਦੇ ਵਿੱਚ ਹੀ ਬਕਾਇਦਾ ਕਿਲਾ ਸੀ ਜੀ ਉਹਦਾ। ਅੱਛਾ ਹਾਂ, ਪਿੰਡ ਦੇ ਚੌਥੇ ਹਿੱਸੇ ਦਾ ਮਾਲਕ ਸੀ ਉਹ ਅੱਛਾ ਤਕਰੀਬਨ। ਅੱਛਾ ਔਰ ਇੱਥੇ ਵੀ ਝੰਗ ਚੋਂ ਦੀ 50 ਮਰਬੇ ਜ਼ਮੀਨ ਸੀ ਉਹ ਸਿੱਖ ਦੀ। ਅੱਛਾ ਬਹੁਤ ਅਮੀਰ ਆਦਮੀ ਸੀ। ਅੱਛਾ ਅੱਛਾ ਸਹੀ ਹੈ। ਰਿਆਸਤ ਪਟਿਆਲੇ ਵਾਲੇ ਜਿਹੜੇ ਨਵਾਬ ਉਹਨਾਂ ਦਾ ਜਵਾਈ ਸੀ। ਅੱਛਾ ਅੱਛਾ ਔਰ ਉਹ ਸਾਡੇ ਦੇਖਦੇ, ਮੈਂ ਇੱਕ ਦਫਾ ਦੇਖਿਆ ਉਹਦਾ ਤੇ ਹਾਥੀ ਦੀ ਸਵਾਰੀ ਕਰਦਾ ਹੁੰਦਾ ਸੀ। ਅੱਛਾ ਹਾਥੀ ਰੱਖਿਆ ਸੀ ਬਕਾਇਦਾ ਉਹਨੇ ਅੱਛਾ ਜੀ। ਤੇ ਉਹ ਅਸੈਂਬਲੀ ਹੁੰਦੀ ਸੀ ਯਾਨੀ ਉੱਥੇ? ਜੇ ਅਸੈਂਬਲੀ ਹੁੰਦੀ ਸੀ, ਅਸੈਂਬਲੀ ਦੇ ਵਿੱਚ ਉਹਦੇ ਬਕਾਇਦਾ ਨਾ ਉਹਨਾਂ ਨੇ ਇਹੀ ਕਹਿੰਦੇ ਉਸ ਵੇਲੇ ਸੀ ਕਿ ਵਹੀ ਹੈ ਅੱਲਾ, ਵਹੀ ਹੈ ਰਾਮ, ਵਹੀ ਹੈ ਈਸਾ, ਵਹੀ ਹੈ ਸ਼ਾਮ। ਬਸ ਇਹ ਅਸੈਂਬਲੀ ਸੀ ਉਸ ਵੇਲੇ। ਉਸ ਵੇਲੇ ਪੜ੍ਹਦੇ ਸੀ ਬਸ ਬੱਚੇ ਸਾਰੇ। ਤੇ ਇਹ ਰਕਬਾ ਮੈਂ ਉਸ ਵੇਲੇ 4 ਏਕੜ 1,30,000 ਦਾ ਖਰੀਦਿਆ ਸੀ ਅੱਛਾ ਜੀ, ਸਹੀ ਸਹੀ ਸਨ 77 ਚ। ਅੱਛਾ 1,30,000 ਦੇ 4 ਏਕੜ ਸਹੀ ਜੀ। ਸਹੀ ਇੱਟ ਮੇਰੇ ਕੋਲ ਆਪਣੀ ਸੀ, ਮੈਂ ਫੈਕਟਰੀ ਲਾਉਣ ਲੱਗ ਪਿਆ। ਅੱਛਾ ਉਹ ਵੀ ਅੱਲਾਹ ਤਾਲਾ ਨੇ ਲਵਾ ਦਿੱਤੀ ਜੀ। ਸਭ ਤੋਂ ਪਹਿਲਾ ਬੰਦਾ ਮੈਂ ਡਾਰਾਂ ਵਾਲੇ ਜਿਹੜਾ ਸਨਦਕਾਰੀ ਕਰਨ ਵਾਲਾ। ਬਿਸਮਿल्लाहिर्रहमानिर्रहीम अल्लाहुम्मा सल्ली अला मुहम्मद व अला आलि मुहम्मद व बारिक वसल्लम। ਲੱਖਾਂ ਕਰੋੜਾਂ ਦਰੂਦ ਸੋਹਣੇ ਕਮਲੀ ਵਾਲੇ ਆਕਾ हज़रत मुहम्मद मुस्तफ़ा सल्लल्लाहु अलैहि वालैहि वसल्लम ते आप दी आल ते आप दे सहाबा ते। नाज़रीन, मैं वसीम हैदर अली PhD पंजाबी स्टूडियो तो 147 दी प्रोग्राम लैके हाज़र हाँ। अज तुहाडी मुलाकात बाबा जी मुहम्मद सादिक हुरां नाल करावांगे, ਜਿਹੜੇ ਹਿਜਰਤ ਕਰਕੇ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਵੱਲ ਆਏ। ਬਾਬਾ ਜੀ ਹੋਰਾਂ ਦਾ ਉੱਥੇ ਕੀ ਰਹਿਣ ਸਹਿਣ ਸੀ, ਬਾਬਾ ਜੀ ਹੋਰਾਂ ਨੇ ਉੱਥੇ ਕਿੰਝ ਜ਼ਿੰਦਗੀ ਗੁਜ਼ਾਰੀ। ਉਹਨਾਂ ਦੀ ਉਮਰ ਉਦੋਂ 10-12 ਸਾਲ ਸੀ। ਬਾਬਾ ਜੀ ਨੂੰ ਪੁੱਛਦੇ ਹਾਂ ਕਿ ਉਹਨਾਂ ਕੀ ਹਾਲਾਤ ਵੇਖੇ ਔਰ ਉੱਥੇ ਲੋਕ ਕਿਵੇਂ ਮਿਲ ਜੁਲ ਕੇ ਰਿਹਾ ਕਰਦੇ ਸੀ। ਆਓ ਮੇਰੇ ਨਾਲ ਬਾਬਾ ਜੀ ਹੋਰਾਂ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ। अस्सलाम वालेकुम बुजुर्गो। ਵਾਲੇਕੁਮ अस्सलाम। ਕੀ ਹਾਲ ਹੈ ਤੁਹਾਡਾ ਜੀ? ਅੱਲਾਹ ਤਾਲਾ ਦੀ ਮਿਹਰਬਾਨੀ ਹੈ, ਰਹਿਮਤ ਤੇ ਰੱਬ ਦੀ ਬੜੀ। ਜੀ ਠੀਕ। ਤੇ ਕੀ ਨਾਮ ਤੁਹਾਡਾ? ਮੇਰਾ ਨਾਮ ਮੁਹੰਮਦ ਸਾदिक। ਮੁਹੰਮਦ ਸਾਦਿਕ ਜੀ? ਹਾਂ, सादिक। ਅੱਛਾ ਜੀ। ਤੁਹਾਡੇ ਵਾਲਦ ਸਾਹਿਬ ਦਾ? ਵਾਲਦ ਸਾਹਿਬ ਦਾ ਨਾਮ ਫਜ਼ਲਦੀਨ। ਫਜ਼ਲਦੀਨ। ਹਾਂਜੀ। ਤੇ ਹੁਣ ਇਸ ਟਾਈਮ ਤੁਹਾਡੀ ਉਮਰ ਕਿੰਨੀ ਹੋ ਗਈ ਜੀ? ਉਮਰ ਮੇਰੀ 86 ਸਾਲ ਹੋ ਗਏ। 86 ਸਾਲ ਦੀ? ਹਾਂਜੀ ਜਦੋਂ ਵੰਡ ਪਈ 47 ਦੀ, ਹਾਂਜੀ। ਉਦੋਂ ਤੁਹਾਡੀ ਕਿੰਨੀ ਕੁ ਉਮਰ ਸੀ? ਬਸ 12-13 ਕਹਿ ਲਓ ਤੁਸੀਂ। ਸਨ 35 ਦੀ ਵਾਲਦ ਸਾਹਿਬ ਤੇ ਕਹਿੰਦੇ 35 ਦੀ ਪੈਦਾਇਸ਼ ਹੈ। ਅੱਛਾ। ਤੋ ਫਿਰ ਇੱਥੇ ਆ ਕੇ ਜਦੋਂ ਸ਼ਨਾਖਤੀ ਕਾਰਡ ਬਣੇ ਨਾ, ਤੋ ਸਨ 36 ਦੀ ਉਹਦੇ ਤੇ ਲਿਖੀ ਹੈ, ਤਾਰੀਖ ਹੋਈ ਹੈ। ਅੱਛਾ ਅੱਛਾ। ਜੀ। ਤੇ ਤੁਸੀਂ ਉੱਥੇ ਇੰਡੀਆ 'ਚ ਕਿਹੜੀ ਜਗ੍ਹਾ ਤੇ ਰਹਿੰਦੇ ਸੀ? ਤੇ ਤਹਿਸੀਲ ਫਲੌਰ ਚ ਪਿੰਡ ਸੀ ਮੋਰੋਂ। ਤਹਿਸੀਲ ਫਲੌਰ, ਜੀ। ਪਿੰਡ ਮੋਰੋਂ, ਪਿੰਡ ਜ਼ਿਲ੍ਹਾ? ਮੋਰੋਂ ਸੀ, ਜ਼ਿਲ੍ਹਾ ਜਲੰਧਰ। ਅੱਛਾ ਤੇ ਬਹੁਤ ਬੜਾ ਪਿੰਡ ਸੀ ਸਾਡਾ, ਅੱਛਾ। ਜਿਹਦੇ ਚ ਇੱਕ ਸਰਦਾਰ ਸਿੱਖ ਸੀ ਹਾਂਜੀ। ਜਿਹਨੇ ਕਿਲ੍ਹਾ ਬਣਵਾਇਆ ਸੀ ਉੱਥੇ ਪਿੰਡ ਦੇ ਵਿੱਚ। ਅੱਛਾ ਔਰ ਉਹ ਆਲਰੇਡੀ ਮੈਜਿਸਟ੍ਰੇਟ ਰਿਹਾ ਸੀ। ਅੱਛਾ ਮੈਂ ਉਹਨਾਂ ਨੂੰ ਦੇਖਿਆ ਚੰਗੀ ਤਰ੍ਹਾਂ। ਉਸ ਵਕਤ ਉਹਦੀ ਉਮਰ ਸੀ 90-92 ਸਾਲ। ਅੱਛਾ। ਤੁਸੀਂ ਉਹ ਉਹਨੂੰ ਅਦਾਲਤ ਕਰ ਲਾਉਂਦਾ ਸੀ ਪਿੰਡ 'ਚ ਹੀ। ਅੱਛਾ ਉਹ ਸਿੱਖ ਜਿਹੜਾ ਅਦਾਲਤ ਲਾਉਂਦਾ ਸੀ। ਅੱਛਾ ਅੱਛਾ। ਇਹ ਫਿਰ ਜਿਸ ਵੇਲੇ ਗੜਬੜ ਸ਼ੁਰੂ ਹੋਈ ਨਾ, ਹਾਂ ਹਾਂ। ਤੋਂ ਪਹਿਲੇ ਤੇ ਆਮ ਲੋਕਾਂ ਨੂੰ ਨਾ ਪਤਾ ਹੋਇਆ, ਸ਼ਹਿਰਾਂ ਦੇ ਵਿੱਚ ਹੋਈ ਥੋੜੀ ਥੋੜੀ, ਉਹ ਰੁਕ ਗਈ। ਉਹ 2-3 ਮਹੀਨੇ 4 ਗੁਜ਼ਰ ਗਏ। ਉਸ ਤੋਂ ਬਾਅਦ ਫਿਰ ਇਹ ਪਾਕਿਸਤਾਨ ਬਣ ਗਿਆ ਜਿਸ ਵੇਲੇ, ਤੋਂ ਐਲਾਨ ਹੋ ਗਿਆ ਤੇ ਫਿਰ ਜ਼ੋਰ ਪਕੜ ਗਈ। ਉਹ ਜ਼ੋਰ ਪਕੜੀ, ਸਾਡੇ ਬਜ਼ੁਰਗ ਉੱਥੇ ਗਏ ਉਹਦੇ ਕੋਲ ਸਰਦਾਰ ਦੇ। ਉਹ ਸਰਦਾਰ ਦਾ ਨਾਂ ਕੀ? ਸਰਦਾਰ ਦਾ ਨਾਂ ਜੀ ਮੇਰਾ ਖਿਆਲ ਹੈ ਜ਼ਿਹਨ ਚ ਨਹੀਂ ਹੁਣ ਇਸ ਵੇਲੇ ਪੂਰਾ ਤਰ੍ਹਾਂ ਆ ਰਿਹਾ। ਅੱਛਾ ਅੱਛਾ। ਕਿ ਉਹਦਾ ਨਾਂ ਕੀ ਸੀ ਉਸ ਵੇਲੇ। ਅੱਛਾ। ਉਹਨੇ ਉਹ ਪਿੰਡ ਮੋਰਾਂ ਦੇ ਵਿੱਚ ਤੁਸੀਂ ਦੱਸਿਆ? ਹਾਂ, ਪਿੰਡ ਮੋਰੋਂ ਦੇ ਵਿੱਚ ਹੀ ਬਕਾਇਦਾ ਕਿਲਾ ਸੀ ਜੀ ਉਹਦਾ। ਅੱਛਾ। ਹਾਂ, ਪਿੰਡ ਦੇ ਚੌਥੇ ਹਿੱਸੇ ਦਾ ਮਾਲਕ ਸੀ ਉਹ ਅੱਛਾ ਤਕਰੀਬਨ। ਅੱਛਾ। ਔਰ ਇੱਥੇ ਵੀ ਝੰਗ ਚੋਂ ਦੀ 50 ਮਰਬੇ ਜ਼ਮੀਨ ਸੀ ਉਹ ਸਿੱਖ ਦੀ। ਬਹੁਤ ਅਮੀਰ ਆਦਮੀ ਸੀ। ਅੱਛਾ ਅੱਛਾ। ਸਹੀ ਹੈ। ਰਿਆਸਤ ਪਟਿਆਲੇ ਵਾਲੇ ਜਿਹੜੇ ਨਵਾਬ ਉਹਨਾਂ ਦਾ ਜਵਾਈ ਸੀ। ਅੱਛਾ ਅੱਛਾ। ਔਰ ਉਹ ਸਾਡੇ ਦੇਖਦੇ, ਮੈਂ ਇੱਕ ਦਫਾ ਦੇਖਿਆ ਉਹਦਾ ਤੇ ਹਾਥੀ ਦੀ ਸਵਾਰੀ ਕਰਦਾ ਹੁੰਦਾ। ਅੱਛਾ। ਹਾਥੀ ਰੱਖਿਆ ਸੀ ਬਕਾਇਦਾ ਉਹਨੇ। ਅੱਛਾ ਜੀ। ਫਿਰ ਤੇ ਬੁੱਢਾ ਹੋ ਗਿਆ ਜਿਸ ਵੇਲੇ, ਫਿਰ ਉਹ ਛੱਡ ਗਿਆ। ਇਹ ਸਾਡੇ ਫਿਰ ਬਜ਼ੁਰਗ 2-3 ਮੇਰੇ ਵਾਲਦ ਸਾਹਿਬ ਵੀ ਸ਼ਾਮਲ ਸੀ। ਉਹਨੂੰ ਜਾ ਕੇ ਦੱਸਿਆ ਵੀ ਸਰਦਾਰ ਜੀ ਇਹ ਕੀ ਹੋਇਆ ਆ, ਕਤਲੋ ਗਾਰਤ ਤੇ ਮਾਰ ਵੱਢ ਸ਼ੁਰੂ ਹੋ ਗਈ ਹੈ ਜਿਹੜੇ ਮੁਸਲਮਾਨਾਂ ਦੇ ਪਿੰਡ ਸੀ ਨਾ ਉਹਨਾਂ 'ਚ। ਤੋਂ ਅਸੀਂ ਤਕਰੀਬਨ ਆਪਣੇ ਪਿੰਡ ਦੇ ਵਿੱਚ ਤਕਰੀਬਨ ਕੋਈ 25-30 ਘਰ ਸੀ ਮੁਸਲਮਾਨਾਂ ਦੇ। ਬਾਕੀ ਪਿੰਡ ਜਿਹੜੇ ਬਾਕੀ ਪਿੰਡ ਦੇ ਵਿੱਚ ਮੁਖਤਲਿਫ ਕੌਮਾਂ ਸੀ। ਚਮਿਆਰ ਵੀ ਸੀ, ਚੂੜੇ ਵੀ ਸੀ। ਚਮਿਆਰਾਂ ਦਾ ਵੀ ਕੋਈ ਤਕਰੀਬਨ 20-25-30 ਘਰ ਸੀ। ਬੜਾ ਵੱਡਾ ਪਿੰਡ ਸੀ ਨਾ। ਤੋ ਹਿੰਦੂ ਖੱਤਰੀ ਵੀ ਹੈ ਸੀ, ਸਿੱਖ ਸੀ। ਅੱਛਾ। ਤੇ ਇਸ ਵਾਸਤੇ ਮੁਖਤਲਿਫ ਬਰਾਦਰੀਆਂ ਦੇ ਲੋਕ ਸੀ। ਸਕੂਲ ਹੈ ਸੀ ਉਸ ਵੇਲੇ ਵੀ ਸਾਡੇ ਪਿੰਡ ਦੇ ਵਿੱਚ। ਅੱਛਾ। ਹਾਂਜੀ, ਪ੍ਰਾਇਮਰੀ ਉੱਥੇ ਮੈਂ ਪੜ੍ਹਦਾ ਸਾਂ ਉਸ ਵੇਲੇ। ਸਕੂਲ 'ਚ ਵੀ ਜਾਂਦੇ ਹੁੰਦੇ? ਜੇ ਸਕੂਲ ਮੈਂ ਜਾਂਦਾ ਰਿਹਾ।
ਕੀ ਤੇ ਤਕਰੀਬਨ ਸਕੂਲ- ਚੌਥੀ ਪੰਜਵੀਂ ਜਮਾਤ ਦੇ ਵਿੱਚੋਂ ਅਸੀਂ ਫਿਰ ਉਸ ਇਨਕਲਾਬ ਆ ਗਿਆ। ਇਨਕਲਾਬ ਤੋਂ ਬਾਅਦ ਛੱਡ ਕੇ ਤੇ ਫਿਰ ਇਹ ਸਕੂਲ ਦਾ ਨਾਮ ਦਾ ਕੋਈ ਯਾਦ ਆ? ਜੀ ਸਕੂਲ ਦਾ ਨਾਂ ਤੇ ਨਹੀਂ ਯਾਦ, ਵੀ ਸਕੂਲ ਦਾ ਕੀ ਨਾਂ, ਉਸ ਪਿੰਡ 'ਚ ਸਕੂਲ ਸੀ। ਅੱਛਾ, ਉਹ ਪ੍ਰਾਇਮਰੀ ਮਾਸਟਰ ਕੌਣ ਪੜਾਉਂਦੇ ਸੀ ਉੱਥੇ? ਮਾਸਟਰ ਉੱਥੇ ਜੀ ਹਿੰਦੂ ਸੀ ਉਸ ਵੇਲੇ, ਨਾਲ ਸਾਡੇ ਨਜ਼ਦੀਕ ਇੱਕ ਸ਼ਹਿਰ ਕਸਬਾ ਸੀ ਅਪਰਾ, ਅੱਛਾ। ਉੱਥੋਂ ਦਾ ਹਿੰਦੂ ਮਾਸਟਰ ਸੀ। ਹੂੰ ਉਹਨੇ ਡੱਬਾ ਫੜਿਆ ਹੁੰਦਾ ਸੀ ਰੋਟੀ ਵਾਲਾ, ਹੂੰ ਤੋਂ ਸਾਡੇ ਜਾਣ ਤੋਂ ਵੀ ਪਹਿਲੇ ਆਇਆ ਹੁੰਦਾ ਸੀ ਉੱਥੇ ਅੱਛਾ ਸਕੂਲ ਦੇ ਵਿੱਚ ਹਾਜ਼ਰ ਹੁੰਦਾ ਸੀ। ਸਹੀ। ਸਹੀ ਹੈ। ਹੂੰ ਤੇ ਅੱਛਾ ਇਨਸਾਨ ਸੀ, ਹੂੰ ਔਰ ਪੈਦਲ ਚੱਲ ਕੇ ਆਉਂਦਾ ਸੀ ਉਸ ਜ਼ਮਾਨੇ 'ਚੋਂ। ਅੱਛਾ। ਪੈਦਲ ਹੀ ਆਉਣਾ ਉਹਨੇ, ਪੈਦਲ ਹੀ ਵਾਪਸ ਜਾਣਾ। ਹੂੰ ਤੇ ਉਹ ਫਿਰ ਖੈਰ ਸਾਡੇ ਬੰਦੇ ਜਿਹੜੇ ਸੀ ਨਾ ਬਜ਼ੁਰਗ ਗਏ ਸਰਦਾਰ ਨੂੰ ਜਾ ਕੇ ਆਖਿਆ ਵੀ ਸਰਦਾਰ ਜੀ ਇਹ ਕੀ ਹੋਇਆ? ਹੂੰ ਉਹਨੇ ਕਿਹਾ ਗੱਲ ਇਹ ਨਾਮੀ ਹੁੰਦੀ ਆ। ਤੁਸੀਂ ਪਾਕਿਸਤਾਨ ਗੱਲ ਕਰਦੇ ਸੀ ਵੀ ਉਹ ਸਕੂਲ 'ਚ ਤੁਸੀਂ ਪੜ੍ਹਦੇ ਸੀ ਜੀ। ਉੱਥੇ ਤੁਸੀਂ ਇਹ ਆ ਕੀ ਪੜ੍ਹਦੇ ਸੀ? ਆ ਗੁਰਮੁਖੀ ਪੜ੍ਹਦੇ ਹੁੰਦੇ ਸੀ? ਨਹੀਂ ਨਹੀਂ, ਹਾਂ। ਉਹ ਗੁਰਮੁਖੀ ਨਹੀਂ ਸੀ ਪੜ੍ਹਦੇ, ਨਾ ਨਾ, ਹੂੰ ਬਿਲਕੁਲ ਉਰਦੂ ਹੀ ਪੜਾਇਆ ਜਾਂਦਾ ਸੀ। ਅੱਛਾ, ਤੁਹਾਨੂੰ ਹਾਂਜੀ ਉਰਦੂ ਹੀ ਪੜਾਇਆ ਜਾਂਦਾ ਸੀ। ਅੱਛਾ। ਮਾਰਨੀ ਇੱਕ ਹੈ ਸੀ ਜਿਹੜੀ ਪਹਿਲੇ ਉਹ ਹਿੰਦੂ ਜਿਹੜੇ ਪੜਾਉਂਦੇ ਸੀ, ਵਹੀ ਹੈ ਅੱਲਾ, ਵਹੀ ਹੈ ਰਾਮ, ਵਹੀ ਹੈ ਈਸਾ, ਵਹੀ ਹੈ ਸ਼ਾਮ। ਅੱਛਾ। ਇਹ ਪਹਿਲੇ ਜਿਹੜੀ ਨਾ ਜਿਵੇਂ ਆਪਣੇ ਇੱਥੇ ਹੁੰਦੀ ਹੈ ਨਾ, ਉਹ ਕੀ ਕਰਦੇ ਨੇ, ਉਹ ਅਸੈਂਬਲੀ ਕਰਵਾਉਂਦੇ ਅਸੈਂਬਲੀ, ਹਾਂ। ਤੇ ਉਸ ਅਸੈਂਬਲੀ 'ਚ ਇਹ ਸੀ ਉਸ ਵੇਲੇ। ਅੱਛਾ ਅੱਛਾ। ਜੀ ਤੇ ਉਹ ਅਸੈਂਬਲੀ ਹੁੰਦੀ ਸੀ ਯਾਨੀ ਉੱਥੇ? ਜੇ ਅਸੈਂਬਲੀ ਹੁੰਦੀ ਸੀ, ਅਸੈਂਬਲੀ ਦੇ ਵਿੱਚ ਉਹਦੇ ਬਕਾਇਦਾ ਨਾ ਉਹਨਾਂ ਨੇ ਇਹ ਹੀ ਕਹਿੰਦੇ ਉਸ ਵੇਲੇ ਸੀ ਕਿ ਵਹੀ ਹੈ ਅੱਲਾ, ਵਹੀ ਹੈ ਰਾਮ, ਵਹੀ ਹੈ ਈਸਾ, ਵਹੀ ਹੈ ਸ਼ਾਮ। ਬਸ ਇਹ ਅਸੈਂਬਲੀ ਸੀ ਉਸ ਵੇਲੇ। ਉਸ ਵੇਲੇ ਪੜ੍ਹਦੇ ਸੀ ਬਸ ਬੱਚੇ ਸਾਰੇ, ਅੱਛੇ ਮਾਹੌਲ ਸੀ ਜੀ। ਅੱਛਾ, ਉਹ ਉੱਥੇ ਜਿਹੜਾ ਤੁਸੀਂ ਆਪਣਾ ਸਕੂਲ 'ਚ ਪੜ੍ਹਦੇ ਸੀ ਗੁਰਮੁਖੀ ਨਹੀਂ, ਮਤਲਬ ਊੜਾ ਐੜਾ ਤੇ ਨਾ 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 ਕੋਈ ਨਹੀਂ ਸੀ। ਅੱਛਾ ਅੱਛਾ, ਠੀਕ ਠੀਕ। ਉਹ ਗੁਰਮੁਖੀ ਜਿਹੜੀ ਹੈ ਨਾ ਉਹ ਸਿੱਖਾਂ ਦੀ ਸੀ, ਹਾਂ, ਹਿੰਦੂ ਦੀ ਨਹੀਂ ਸੀ। ਉੱਥੇ ਉਰਦੂ ਹੀ ਪੜਾਇਆ ਜਾਂਦਾ ਸੀ। ਅੱਛਾ ਅੱਛਾ ਅੱਛਾ। ਬਲਕਿ ਮੈਂ ਫਿਰ ਉਸ ਵੇਲੇ ਤੇ ਮੈਂ ਭੁੱਲ ਭੱਲ ਗਿਆ, ਫਿਰ ਮੈਂ ਵਾਪਸ ਇੱਥੇ ਜਿਸ ਵੇਲੇ ਆਏ ਕਾਫੀ ਦੇਰ ਤੇ ਰੁਲਦੇ ਲੰਘ ਗਈ। ਤਾਂ ਐਸੇ ਐਸੇ ਮੈਂ ਦੁਕਾਨਦਾਰੀ ਕਰ ਲਈ ਤੇ ਮੈਂ ਹੌਲੀ ਹੌਲੀ ਪੜ੍ਹਨ ਲੱਗ ਪਿਆ। ਹੁਣ ਮੈਂ ਅਖਬਾਰ ਵੀ ਪੜ੍ਹ ਲੈਂਦਾ ਰਿਹਾ ਤੇ ਸਾਰੀਆਂ ਚੀਜ਼ਾਂ, ਹਾਲਾਂਕਿ ਉਸ ਵੇਲੇ ਮੈਂ ਚੌਥੀ ਪੰਜਵੀਂ ਦਾ ਤਾਲਿਬ ਇਲਮ ਸੀ। ਬਸ ਇਸ ਤੋਂ ਅੱਗੇ ਮੈਂ ਨਹੀਂ ਪੜ੍ਹਿਆ। ਅੱਛਾ ਅੱਛਾ। ਤਾਂ ਹੁਣ ਮੈਂ ਪੜ੍ਹ ਲੈਣਾ ਸਾਰਾ ਕੁਝ, ਲਿਖ ਨਹੀਂ ਸਕਦਾ। ਸਹੀ ਸਹੀ ਸਹੀ। ਜੀ ਅੱਛਾ, ਫਿਰ ਤੁਸੀਂ ਗੱਲ ਸੁਣਾ ਰਹੇ ਸੀ ਜੀ। ਹਾਂ, ਉਹ ਫਿਰ ਸਰਦਾਰ ਕਹਿਣ ਲੱਗਾ ਵੀ ਗੱਲ ਇਹ ਕਿ ਇਹ ਪਾਕਿਸਤਾਨ ਬਣ ਗਿਆ, ਤੁਹਾਨੂੰ ਚਲੇ ਜਾਣਾ ਬਿਹਤਰ ਰਹੇਗਾ। ਅੱਛਾ, ਸਹੀ ਹੈ। ਤੇ ਬਾਕੀ ਤੁਸੀਂ ਜਾਓ ਆਰਾਮ ਨਾਲ ਘਰਾਂ ਦੇ ਵਿੱਚ ਬੈਠੋ, ਇੱਥੇ ਕੋਈ ਬੰਦਾ ਨਹੀਂ ਆਏਗਾ। ਅੱਛਾ। ਔਰ ਇਹੋ ਹੀ ਹੋਇਆ ਕਿ ਦੁਆਲੇ ਪਿੰਡਾਂ ਦੇ ਪਿੰਡ ਮਾਰਵੜ ਰਹੀ, ਸਾਡੇ ਪਿੰਡ 'ਚ ਨਹੀਂ ਨਾ। ਅੱਛਾ। ਕਤਨ ਬਿਲਕੁਲ ਅਮਨੋ ਮਾਨ। ਤੇ ਉਹ ਚੁੱਕੇ ਉਸ ਬੰਦੇ ਦਾ ਸਾਇਆ ਸਿੱਕਾ ਪੂਰੇ ਇਲਾਕੇ 'ਚ ਇੰਨਾ ਸੀ ਕਿ ਉਹ ਜਿਹੜੇ ਗੱਲ ਕਰਦੇ ਪਏ ਨਾ, ਉਹਦੇ ਬਗੈਰ ਪੁੱਛਣ ਤੋਂ ਕੋਈ ਚੀਜ਼ ਨਹੀਂ ਚੱਲ ਸਕਦੀ। ਉਹ ਇਸ ਤਰ੍ਹਾਂ ਦਾ ਇਨਸਾਨ ਸੀ। ਅੱਛਾ ਜੀ, ਸਹੀ। ਉਹ ਅੱਛਾ ਇਨਸਾਨ ਸੀ। ਸਿੱਖ ਹੋਣਾ ਉਹਦੀ ਆਪਣੀ ਮਜ਼ਹਬ ਸੀ, ਲੇਕਿਨ ਮਤਲਬ ਬੜਾ ਇਨਸਾਨੀਅਤ ਸੀ। ਅੱਛਾ, ਇਨਸਾਨੀਅਤ ਦੇ ਲਿਹਾਜ਼ ਨਾਲ ਬੜਾ ਅੱਛਾ। ਮੈਂ ਕਿਹਾ ਜੀ ਉਹਦਾ ਬੇਟਾ, ਮੈਨੂੰ ਯਾਦ ਹੈ ਕਿ ਤਕਰੀਬਨ 1 ਸਾਲ ਪਹਿਲੇ ਜ਼ੈਲਦਾਰੀ ਦਾ ਇਲੈਕਸ਼ਨ ਹੋਇਆ। ਅੱਛਾ। ਉਸ ਵੇਲੇ ਨਹੀਂ ਜ਼ੈਲਦਾਰ ਸਫੈਦਪੋਸ਼, ਉਹ ਆਪ ਉਹ ਸਫੈਦਪੋਸ਼ ਰਿਹਾ ਸੀ ਜਿਹਨੂੰ 6 ਮਹੀਨੇ ਸਜ਼ਾ ਦੇਣ ਦਾ ਹੱਕ ਸੀ, ਔਰ ਉਹ ਸਜ਼ਾ ਦਿੰਦਾ ਸੀ। ਮੇਰਾ ਦਾਦਾ ਸੀ ਉਸ ਵੇਲੇ ਜਿਹੜਾ ਉਹਦਾ ਮੁਲਾਜ਼ਮ ਸੀ, ਬਕਾਇਦਾ ਉਹ ਸਜ਼ਾ ਜਿਹਨੂੰ ਦੇਣੀ ਉਹ ਮੇਰੇ ਦਾਦੇ ਨੂੰ ਉਹਨਾਂ ਨੇ ਦੇ ਦੇਣੇ। ਉਸ ਜ਼ਮਾਨੇ 'ਚ ਇਹ ਸੀ ਕਿ ਜਿਹੜਾ ਸੀ ਨਾ ਚੂੜਾ ਚਮਿਆਰ, ਇਹਦੇ ਕੋਲੋਂ ਕੋਈ ਟੈਕਸ ਨਹੀਂ ਸੀ ਲਿਆ ਜਾਂਦਾ, ਤਾਂ ਵਗਾਰ ਲਈ ਜਾਂਦੇ ਸੀ। ਅੱਛਾ। ਉਹਨੇ ਪਿੰਡੋਂ 2 ਬੰਦੇ ਨਾਲ ਲੈਣੇ, ਨਾਲ ਲੈ ਕੇ ਤੇ ਅਗਲੇ ਪਿੰਡ ਉਹਨਾਂ ਨੂੰ ਛੱਡ ਦੇਣਾ। ਅਗਲੇ ਪਿੰਡ ਵਾਲੇ ਤਿਆਰ ਹੋਣੇ, ਉਹਨਾਂ ਨੂੰ ਵੀ ਪਤਾ ਹੁੰਦਾ ਸੀ, ਡਿਊਟੀ ਸੀ ਉਹਨਾਂ ਦੀ, ਜਿਹਦੀ ਨੰਬਰਵਾਰ। ਉੱਥੋਂ 2 ਬੰਦੇ ਲੈਣੇ, ਉਸ ਤੋਂ ਅਗਲੇ ਪਿੰਡ ਚਲੇ ਜਾਣਾ, ਉੱਥੋਂ 2 ਬੰਦੇ ਲੈਣੇ, ਉਸ ਤੋਂ ਅਗਲੇ ਪਿੰਡ ਚਲੇ ਜਾਣਾ। ਉਹ ਸਵੇਰੇ ਉਹਨੇ ਪਹੁੰਚ ਜਾਣਾ ਉੱਥੇ ਤਹਿਸੀਲ 'ਚ। ਅੱਛਾ। ਤਹਿਸੀਲ 'ਚੋਂ ਬੰਦੇ ਜੇਲ੍ਹ 'ਚ ਦੇਣੇ, ਜੇਲ੍ਹ 'ਚ ਦੇ ਕੇ ਆਪ ਉਹਨੇ ਟਾਂਗੇ ਤੇ ਚੜਨਾ ਤੇ ਘਰ ਆ ਜਾਣਾ। ਸਹੀ ਸਹੀ ਜੀ, ਸਹੀ। ਅੱਛਾ, ਉਹ ਫਿਰ ਹੋਇਆ ਇਹ ਕਿ ਤੁਹਾਡੇ ਦਾਦਾ ਜੀ ਉਹਦੇ ਮੁਲਾਜ਼ਮ ਸੀ? ਹਾਂ। ਕੀ ਨਾਂ ਸੀ ਦਾਦਾ ਜੀ ਦਾ? ਉਹਦਾ ਨਾਂ ਸੀ ਜਾਨ ਮੁਹੰਮਦ। ਅੱਛਾ। ਹਾਂਜੀ। ਅੱਛਾ ਅੱਛਾ ਅੱਛਾ, ਠੀਕ। ਸਾਡੇ ਗੁਆਂਢ ਸੀ ਇੱਕ ਸ਼ਗਰ ਸਿੰਘ ਨੰਬਰਦਾਰ, ਬਹੁਤ ਅੱਛਾ ਆਦਮੀ ਸੀ, ਨੇਕ ਆਦਮੀ। ਬਲਕਿ ਇੱਕ ਵਕੂਆ ਥੋੜਾ ਜਿਹਾ ਹੋਇਆ, ਉਸ ਵਕੂਏ ਦੇ ਵਿੱਚ ਮੇਰੇ ਵਾਲਦ ਸਾਹਿਬ ਨੂੰ ਉਹ ਮੁੰਡਿਆਂ ਨੇ ਫੜ ਲਿਆ। ਉਹ ਫੌਰਨ ਆਇਆ, ਉਹਨੇ ਆਖਿਆ ਖਬਰਦਾਰ ਤੁਸੀਂ ਨਹੀਂ ਇਹਨੂੰ ਕੁਛ ਵੀ ਕਹਿ ਸਕਦੇ, ਨਾ ਛੇੜ ਸਕਦੇ। ਸਹੀ ਹੈ। ਤੇ ਉਹ ਗੱਲ ਖਤਮ ਹੋ ਗਈ। ਨਜ਼ਦੀਕ ਸਾਡੇ ਰਹਿੰਦੇ ਸੀ ਤੇ ਉਸ ਵੇਲੇ ਮਤਲਬ ਇਕੱਠਿਆਂ ਰਹਿੰਦਿਆਂ ਕੋਈ ਮਸਲਾ ਨਹੀਂ ਸੀ ਸਾਡੇ ਵਾਸਤੇ, ਤੇ ਕਤਨ ਕੋਈ ਮਸਲਾ ਨਹੀਂ ਸੀ ਐਸਾ ਵੈਸੇ। ਤੁਸੀਂ ਫਿਰ ਉਦੋਂ ਜਦੋਂ ਇਹ ਵੰਡ ਪਈ ਆ, ਰੋਲੇ ਪਏ, ਗਦਰ ਪਿਆ ਵਾ, ਤੁਸੀਂ ਉਹਦੇ ਵਿੱਚ ਹੀ ਆਏ? ਉਹ ਕਾਫਲੇ ਉਹਦੇ ਵਿੱਚ ਹੀ ਆਏ ਅਸੀਂ, ਕਾਫਲੇ 'ਚ। ਅਸੀਂ ਫਲਾਵਰ ਕੈਂਪ ਦੇ ਵਿੱਚ ਰਹੇ ਹਾਂ ਕੋਈ ਤਕਰੀਬਨ 2 ਮਹੀਨੇ ਤੋਂ ਵੀ ਜ਼ਿਆਦਾ।
ਤੁਸੀਂ ਇੱਥੇ ਫਿਰ ਤੁਹਾਨੂੰ ਤੇ ਉਹਨੇ ਕਿਹਾ ਸੀ ਵੀ ਤੁਸੀਂ ਰਹੋ, ਤੁਸੀਂ ਆ ਗਏ ਘਰ ਸਕੂਲ ਨਹੀਂ। ਆ ਗਏ? ਰਹਿਣ ਨਹੀਂ ਕਿਹਾ, ਉਹਨੇ ਕਿਹਾ ਸੀ ਚਲੇ ਜਾਣਾ ਤੁਹਾਡੇ ਲਈ ਬਿਹਤਰ ਹੈ, ਹੂੰ। ਬਾਕੀ ਆਰਾਮ ਨਾਲ ਘਰਾਂ 'ਚ ਬੈਠੋ, ਅੱਛਾ ਜਿਸ ਵੇਲੇ ਤੁਹਾਡਾ ਪ੍ਰੋਗਰਾਮ ਬਣੇਗਾ ਫਿਰ ਦੇਖਿਆ। ਅੱਛਾ ਫਿਰ ਉਹ ਪਤਾ ਲੱਗ ਗਿਆ ਸਾਨੂੰ ਕਿ ਕੈਂਪ ਲੱਗ ਗਏ ਨੇ, ਲੱਗ ਗਿਆ ਫਲੋਰ। ਅੱਛਾ ਇਹ ਫਿਰ ਸਾਡੇ ਬਜ਼ੁਰਗ ਗਏ, ਇਹਨਾਂ ਨੇ ਕਿਹਾ ਲਓ ਜੀ ਅਸੀਂ ਜਾਣਾ ਹੈ। ਅੱਛਾ ਫਿਰ ਵੀ ਅਸੀਂ ਅੱਧੇ ਲੋਕ ਜਿਹੜੇ ਸੀ ਨਾ ਉਹ ਕਹਿਣ ਲੱਗੇ ਵੀ ਪਿੰਡੋਂ ਬਾਹਰ ਕੱਢ ਕੇ ਨਾ ਮਰਵਾ ਦੇਣ, ਡਰ ਸੀ ਨਾ, ਖੌਫ। ਹੂੰ ਤੋਂ ਤਕਰੀਬਨ ਅੱਧੇ ਘਰ ਜਿਹੜੇ ਸੀ ਨਾ ਘਰ ਚੋਂ ਉਹ ਤਿਆਰ ਹੋ ਗਏ। ਅੱਛਾ ਤਿਆਰ ਹੋ ਗਿਆ ਤੇ ਫਿਰ ਉਹ ਬੰਦਾ ਸਾਡੇ ਨਾਲ ਤੱਕ ਚੱਲਿਆ ਬਕਾਇਦਾ। ਅੱਛਾ ਉਸ ਵੇਲੇ ਉਹ ਸਵਾਰੀ ਹੋਰ ਤਰਕੀਬ ਸੀ, ਇੱਕ ਉਹਨੂੰ ਰੱਥ ਗੱਡੀ ਸੱਦਦੇ ਸੀ, ਉਹ ਜਿਹਨੂੰ ਢੱਗੇ ਜੋੜੇ ਜਾਂਦੇ ਸੀ, ਉਹ ਰੱਖੇ ਸੀ ਉਹ ਉਹਨੇ, ਰੱਥ ਗੱਡੀ ਰਸ਼ ਗੱਡੀ ਉਹਨੂੰ ਕਹਿੰਦੇ ਸੀ। ਹੂੰ ਉਸ ਵੇਲੇ ਆ ਚੀਜ਼ ਨਾਲ ਸੀ ਤਾਂ ਰੱਸਿਆਂ ਦੇ ਸਿਸਟਮ ਨਾਲ ਹੀ ਨਾ ਹੂੰ ਉਹਦੇ ਬਕਾਇਦਾ ਜੰਪ ਲੈਂਦੀ ਸੀ, ਉਹ ਜਿਸ ਤਰ੍ਹਾਂ ਕਾਰ ਜੰਪ ਲੈਂਦੇ ਆ। ਅੱਛਾ ਅੱਛਾ ਉਹਨੇ ਫਿਰ ਉਹ ਸਵਾਰੀ ਤਿਆਰ ਕੀਤੀ ਸੀ, ਕੁਝ ਬੁੱਢਾ ਹੋ ਗਿਆ ਸੀ, ਹੂੰ ਬੰਦਾ ਅਮੀਰ ਸੀ, ਉਹ ਉਹਦੇ ਤੇ ਬੈਠਾ ਹੈ, ਹੂੰ ਸਾਡੇ ਨਾਲ ਚੱਲਿਆ। ਹੂੰ ਨਾਲ ਚੱਲ ਕੇ ਉਹਨੇ ਕੈਂਪ ਦੇ ਕੋਲ ਆ ਕੇ ਕਿਹਾ ਵੀ ਲਓ ਮੈਂ ਤੁਹਾਡਾ ਖੁਦਾ ਕੀ ਬਾਤ, ਹਾਂ। ਤੋੜ ਛੱਡ ਕੇ ਗਿਆ, ਤੋੜ ਛੱਡ ਬੜੀ ਗੱਲ ਜੀ। ਹੂੰ ਅਸੀਂ ਅੱਜ ਤੱਕ ਵੀ ਉਹਦਾ ਯਾਦ ਕਰਨਾ। ਹੂੰ ਬੜੀ ਗੱਲ। ਬਲਕਿ ਇੱਕ ਆਦਮੀ ਸੀ ਸਾਡੇ ਪਿੰਡ ਦਾ, ਹੂੰ ਰਾਈ ਸੀ, ਹੂੰ ਉਹ ਕਾਠ ਚੱਕ ਬਾਵੇ ਵਾਲੇ ਚ ਰਹਿੰਦੇ ਸੀ, ਫੈਸਲਾਬਾਦ। ਹੂੰ ਅੱਜ ਕੱਲ੍ਹ ਵੀ ਉਹਦੀ ਔਲਾਦ ਉੱਥੇ ਆਪ ਤਾਂ ਵਿਚਾਰਾ ਚੱਲ ਗਿਆ। ਜੀ ਜੀ ਉਹ ਆਸਟ੍ਰੇਲੀਆ ਵਗੈਰਾ ਪਹਿਲੇ ਜ਼ਮਾਨੇ 'ਚ ਰਹਿਆ ਸੀ। ਹੂੰ ਅਮੀਰ ਪਿੰਡ ਸੀ ਸਾਡਾ। ਹੂੰ ਜਦੋਂ ਦੇ ਇੱਥੇ ਦੇ ਹਾਲਾਤ ਨਾ, ਹੁਣ ਤੇ ਤੁਹਾਡੇ ਦੌਰ 'ਚ ਤੇ ਨਹੀਂ, ਪਹਿਲੇ ਇਸ ਦੇ ਹਾਲਾਤ ਬੜੇ ਬੁਰੇ ਸੀ ਇਸ ਇਲਾਕੇ ਦੇ। ਹੂੰ ਤੇ ਉਹ ਉੱਥੇ ਸਾਡੇ ਕੋਲ ਐਸੀ ਚੀਜ਼ ਨਹੀਂ ਸੀ। ਹੂੰ ਗੋਬਰਾਨ ਇਲਾਕਾ ਸੀ, ਮਗਰ ਖੂਹਾਂ ਦਾ ਪਾਣੀ ਚੰਗਾ ਸੀ, ਹੂੰ ਬਾਰਿਸ਼ੀ ਇਲਾਕੇ ਸੀ, ਹੂੰ ਬਾਰਿਸ਼ ਅਕਸਰ ਹੁੰਦੀ ਰਹਿੰਦੀ ਹੁੰਦੀ ਸੀ। ਹੂੰ ਉਹ ਤਿੰਨ ਗੰਢਾਂ ਛੱਲੀਆਂ ਦੀਆਂ ਜਿਹੜੀਆਂ ਮੱਕੀ ਇਹ ਹੁੰਦੀਆਂ ਨੇ, ਸਰਦੀਆਂ ਨੂੰ ਤਕਰੀਬਨ ਮੱਕੀ ਉੱਥੇ ਖਾਧੀ ਜਾਂਦੀ ਸੀ, ਕਣਕ ਇੰਨੀ ਨਹੀਂ ਸੀ ਹੁੰਦੀ। ਅੱਛਾ ਤੇ ਗਰਮੀਆਂ ਨੂੰ ਕਣਕ ਹੋ ਜਾਂਦੀ ਸੀ। ਤੇ ਉਹ ਸਾਨੂੰ ਉੱਥੇ ਆਪ ਛੱਡ ਕੇ ਗਿਆ ਜੀ ਉੱਥੇ। ਤੇ ਉਹ ਬਲਕਿ ਉਸ ਬੰਦੇ ਦੇ ਨਾਲ ਫਿਰ ਉਹਦਾ ਤਲਕ ਸੀ ਤੇ ਖਤੋ ਖਤਾਬਤ ਵੀ ਰਹੀ ਉਹ ਰਾਈ ਦੇ ਨਾਲ, ਉਸ ਰਾਈ ਨਾਲ। ਅੱਛਾ ਅੱਛਾ ਜਦੋਂ ਫੌਤ ਹੋਇਆ ਤਾਂ ਉਸ ਵੇਲੇ ਵੀ ਉਹਦੇ ਬੱਚਿਆਂ ਨੇ ਉਹਨੂੰ ਦੱਸਿਆ। ਅੱਛਾ ਅੱਛਾ ਸਹੀ। ਨਹਾਇਤ ਅੱਛੇ ਲੋਕ ਵੀ ਹੈ ਸੀ। ਦੇਖੋ ਜੀ, ਸਿੱਖਾਂ ਨੂੰ ਸਿਰਫ ਉੱਥੇ ਜਿਹੜੀ ਨਾ ਨਿਹੰਗ ਕੌਮ, ਜਿਸ ਤਰ੍ਹਾਂ ਸਾਡੇ 'ਚ ਕਹਿ ਲਓ ਤੁਸੀਂ ਜਿਹੜਾ ਹੁਣ ਬਣਿਆ ਕੰਮ, ਜਿਹੜੇ ਕਟਰ ਇੱਕ ਦੂਜੇ ਦੇ ਨਾਲ ਮੁਕਾਬਲੇਬਾਜ਼ੀ ਸ਼ੁਰੂ ਕੀਤੀ ਆ ਮੌਲਵੀ ਸਾਹਿਬਾਨ, ਜੇ ਅਸਲ ਪੁੱਛੋ ਤੇ ਸਹੀ ਹੈ। ਇਸੇ ਤਰ੍ਹਾਂ ਉਹਨਾਂ ਦੇ ਵਿੱਚ ਵੀ ਉਹਨਾਂ ਨੂੰ ਨਿਹੰਗ ਸੱਦਦੇ ਸੀ। ਅੱਛਾ ਉਹ ਇੱਕ ਸ਼ਰਾਰਤੀ ਕੌਮ ਸੀ। ਯਾਨੀ ਇਹ ਸਿੱਖਾਂ ਦੇ ਵਿੱਚ ਇੱਕ ਸਿੱਖਾਂ 'ਚ ਨਹੀਂ ਸੀ, ਉਹ ਹਿੰਦੂਆਂ 'ਚ। ਹਿੰਦੂਆਂ ਸੀ। ਆ ਜਿਹੜਾ ਹੁਣ ਆ ਗਿਆ ਨਾ ਵਜ਼ੀਰ ਆਜ਼ਮ ਬਣਿਆ, ਉਹ ਇਹ ਉਸ ਕੌਮ 'ਚੋਂ। ਅੱਛਾ ਸਿੱਖਾਂ 'ਚ ਨਹੀਂ ਸੀ। ਸਿੱਖ ਲੋਕ ਇੰਨੇ ਬੁਰੇ ਨਹੀਂ ਸੀ, ਸਿੱਖਾਂ ਨੇ ਮਦਦ ਕੀਤੀ। ਸਹੀ, ਜ਼ਬਰਦਸਤ। ਸਾਡੇ ਤਾਂ ਮਤਲਬ ਵੇਖੋ ਨਾ ਕਿੱਡਾ ਉਹਨੇ ਤੁਹਾਨੂੰ ਛੱਡ ਕੇ ਗਿਆ ਕੈਂਪ ਤੱਕ, ਖੁਦ ਕੈਂਪ ਦੇ ਕੋਲ ਆ ਕੇ ਖੁਦ ਉਹਨੇ ਕਹਿ ਲਓ ਮੈਂ ਤੁਹਾਡਾ ਖੁਦਾ। ਜ਼ਬਰਦਸਤ, ਯਾਦ ਹੈ ਮੈਨੂੰ ਸਾਰਾ। ਬਲਕਿ ਰਸਤੇ 'ਚ ਇੱਕ ਪਿੰਡ ਆਇਆ ਹੈ, ਉਹ ਲੋਕਾਂ ਨੂੰ ਪਤਾ ਲੱਗਾ ਵੀ ਸਰਦਾਰ ਆ ਰਿਹਾ ਹੈ, ਕਿਉਂਕਿ ਉਹਦਾ ਅਸਰ ਰਸੂਖ ਹੀ ਇੰਨਾ ਸੀ। ਔਰ ਲੋਕ ਸਾਡੇ ਵਾਸਤੇ ਰੋਟੀਆਂ, ਗੁੜ ਤੇ ਆਪਣਾ ਚਣੇ ਭੁੱਜੇ ਝੋਲੀਆਂ ਭਰ ਕੇ, ਇਹ ਨਹੀਂ ਥੋੜੇ, 10-10, 20-20 ਕਿਲੋ ਉਹ ਲਿਆ ਕੇ ਉਹਨਾਂ ਨੇ ਸਾਨੂੰ ਦਿੱਤੀਆਂ ਨੇ ਉੱਥੇ। ਔਰ ਰਸਤੇ 'ਚ ਆਇਆ ਪਿੰਡ, ਉੱਤੇ ਪਾਣੀ ਛਾਣੀ ਅਸੀਂ ਪੀਤਾ, ਬੈਠੇ ਚੁੱਕ ਪੈਦਲ ਹੀ ਚੱਲ ਰਿਹਾ ਸੀ। ਉਹਨਾਂ ਲੋਕਾਂ ਨੂੰ ਪਤਾ ਲੱਗਾ, ਉਹਨਾਂ ਲੋਕਾਂ ਨੇ ਪੂਰੀ ਬਸ ਉਸ ਬੰਦੇ ਦੀ ਵਜ੍ਹਾ ਤੋਂ ਸਾਨੂੰ ਉਹਨਾਂ ਨੇ ਹਰ ਚੀਜ਼ ਦਿੱਤੀ ਹੈ। ਰੋਟੀਆਂ ਲਿਆਂਦੀਆਂ, ਗੁੜ ਲਿਆਂਦਾ, ਉਹ ਛੋਲੇ ਬਣਾ ਕੇ ਲਿਆਂਦੇ, ਜਾਈਏ ਮਗਰੀਆਂ ਪਾ ਕੇ। ਬਲਕਿ ਅਸੀਂ ਜਿਹੜੇ ਲਿਆ ਕੇ ਕੈਂਪ 'ਚ ਵੀ ਕਈ ਦਿਨ ਫਿਰ ਖਾਂਦੇ ਰਹੇ। ਅਸੀਂ ਕੈਂਪ 'ਚ 2 ਮਹੀਨੇ ਗੁਜ਼ਾਰੇ ਨੇ। ਅੱਛਾ, 2 ਮਹੀਨੇ ਗੁਜ਼ਰਨ ਤੋਂ ਬਾਅਦ ਕੈਂਪ 'ਚ ਤੋਂ ਫਿਰ ਤੁਸੀਂ ਜਦੋਂ ਅੱਗੇ ਆਏ ਜੇ ਅਮਨੋ ਮਾਨ ਆ ਗਏ, ਕੋਈ ਮਸਲਾ ਮਸਾਇਲ ਤੇ ਨਹੀਂ? ਕੋਈ ਨਹੀਂ, ਉੱਥੇ ਮਸਲਾ ਮਸਾਇਲ ਕੋਈ ਨਹੀਂ ਆਇਆ ਸਾਨੂੰ, ਕਿਉਂਕਿ ਫਿਰ ਨਿਗਰਾਨੀ ਫੌਜ ਦੇ 'ਚ ਆ ਗਿਆ ਸੀ ਕੈਂਪ, ਤੇ ਫੌਜ ਦੇ ਦੁਆਲੇ ਪਹਿਰੇ ਸੀ, ਉੱਥੇ ਬੈਠੇ ਸੀ। ਬਸ ਉਸ ਵੇਲੇ ਬਾਰਿਸ਼ ਬੂਰਿਸ਼ ਇੱਕ ਦਫਾ ਹੋਇਆ ਤਕਲੀਫ, ਬਾਕੀ ਫਿਰ ਜੋ ਵੀ ਹੈ ਸੀ ਅੱਲਾਹ ਤਾਲਾ ਦਾ ਇਹਸਾਨ ਸੀ ਕਿ ਇੰਨਾ ਚਿਰ ਉੱਥੇ ਬਹਿਣ ਦੇ ਬਾਵਜੂਦ ਵੀ, ਮੈਂ ਹੁਣ ਵੀ ਕਈ ਵਾਰੀ ਗੱਲ ਕਰਦਾ ਹੁੰਦਾ ਵੀ ਅਸੀਂ ਉਸ ਵੇਲੇ ਵੀ ਕੋਈ ਭੁੱਖਾ ਬੰਦਾ ਨਹੀਂ ਨਜ਼ਰ ਆਇਆ। ਇਹੋ ਹੀ ਦਰਿਆ ਜਿਹੜਾ ਨਾ ਆਪਣਾ ਸਤਲੁਜ, ਇਹ ਦਰਿਆ ਫਲੌਰ ਦੇ ਸ਼ਹਿਰ ਦੇ ਮੁੱਢ ਵਗਦਾ ਸੀ। ਅੱਛਾ, ਸਹੀ ਹੈ। ਔਰ ਸਾਡੇ ਪਿੰਡ ਤੋਂ ਵੀ ਤਕਰੀਬਨ 1.5 ਮੀਲ ਦਾ ਫਾਸਲਾ ਸੀ।
ਇਸ ਦਰਿਆ ਦੇ ਉੱਤੇ ਗੁੱਜਰ ਡੋਗਰਾਂ ਦੀ ਆਬਾਦੀ ਮੁਸਲਮਾਨਾਂ ਦੀ ਸੀ ਟੋਟਲ। ਅੱਛਾ ਪਰਲੇ ਪਾਸੇ ਲੁਧਿਆਣਾ ਸੀ, ਹੂੰ ਇਸ ਪਾਸੇ ਜਲੰਧਰ ਸੀ, ਸਹੀ ਇਸ ਦਰਿਆ ਦੇ ਹੂੰ ਜੀ। ਹੂੰ ਔਰ ਉਹ ਲੋਕ ਉਸ ਵੇਲੇ ਵੀ ਬੱਕਰੀਆਂ ਮਾਲ ਆਪਣਾ ਜ਼ਿਆਦਾ ਉਹਨਾਂ ਨੇ ਭੇਡ ਬੱਕਰੀ ਰੱਖੀ ਹੁੰਦੀ ਸੀ। ਸਹੀ ਸਹੀ ਉਹ ਕੈਂਪ ਚ ਲੈ ਆਇਆ ਸੀ ਉਸ ਵੇਲੇ 1 ਰੁਪਈਆ ਲੈਣ ਤੇ ਉਹਦੇ ਦਿਨ ਤੇ ਸਾਡੇ ਬਜ਼ੁਰਗ ਜਿਹੜੇ ਸੀ ਸੇਵਾ ਕਰਕੇ ਉੱਥੇ ਬੱਠਲਾਂ ਬੁੱਠਲਾਂ ਚ ਪਕਾ ਕੇ ਖਾ ਪੀ ਜਾਣਗੇ ਬਸ। ਤੇ ਵਕਤ ਗੁਜ਼ਰਦਾ ਗਿਆ, ਕੋਈ ਐਸਾ ਮਸਲਾ ਨਹੀਂ ਆਇਆ। ਫਿਰ ਉੱਥੋਂ ਗੱਡੀ 'ਚ ਬੈਠੇ ਆ, ਫਿਰ ਅਸੀਂ ਇੱਥੇ ਉਤਰੇ ਆ ਕੇ ਲਾਹੌਰ। ਉਹ ਵੀ ਸਾਡੇ ਪਿੰਡ ਦਾ ਇੱਕ ਮੁੰਡਾ ਸੀ ਜਿਹੜਾ ਉਹ ਮੁਲਾਜ਼ਮ ਸੀ ਰੇਲਵੇ 'ਚ, ਉਹਦੇ ਵਾਲਦੈਨ ਵੀ ਸਾਡੇ ਨਾਲ ਹੀ ਸੀ। ਹਰਬੰਸਪੁਰੇ 'ਚ ਯਾਦ ਹੈ ਸਾਨੂੰ। ਅੰਮ੍ਰਿਤਸਰ ਥੋੜੀ ਜਿਹੀ ਗੱਡੀ ਦੀ ਸਾਡੇ ਨਾਲ ਰੁਕਾਵਟ ਆਈ 1-2 ਘੰਟੇ। ਅੱਛਾ ਉੱਥੇ ਕੋਈ ਖਤਰਾ ਵੀ ਕਹਿੰਦੇ ਸੀ ਹੱਕ ਹੈ, ਬਸ ਅਸੀਂ ਬੈਠੇ ਰਹੇ ਅੰਦਰ ਵਿੱਚ। ਸਿੱਖ ਫਿਰਦੇ ਨਜ਼ਰ ਆਏ ਨੇ ਉੱਥੇ ਸਟੇਸ਼ਨ ਦੇ ਉੱਤੇ ਪਲੇਟਫਾਰਮ ਤੇ, ਮਗਰ ਕੋਈ ਨਹੀਂ, ਕੋਈ ਵਜ੍ਹਾ ਨਹੀਂ ਬਣੀ। ਅਸੀਂ ਫਿਰ ਉੱਥੋਂ ਗੱਡੀ ਚੱਲੀ ਗਈ। ਗਲਬਨ ਕੋਈ ਲਿਖ ਪੜ੍ਹ ਹੋਏਗੀ ਜਾਂ ਉਹਨਾਂ ਦਾ ਜੋ ਵੀ ਹੋਏਗਾ ਤਰੀਕਾਕਾਰ ਉਸ ਵੇਲੇ ਦਾ। ਅੱਛਾ ਇਹ ਜਿਹੜੇ ਤੁਸੀਂ ਪਿੰਡ 'ਚ ਰਹਿੰਦੇ ਸੀ ਜੀ, ਉਹ ਪਿੰਡ ਦੇ ਵਿੱਚ ਲੰਬੜਦਾਰੀ ਸਿਸਟਮ ਸੀ? ਜੀ ਲੰਬੜਦਾਰੀ ਸਿਸਟਮ। ਉਹ ਜਗਤ ਸਿੰਘ ਨਾਮ ਮੈਨੂੰ ਅੱਜ ਵੀ ਯਾਦ ਹੈ, ਨੰਬਰਦਾਰ ਸੀ। ਕੀ ਨਾਂ ਸੀ ਉਹਦਾ ਨਾਂ ਸੀ ਜਗਤ ਸਿੰਘ। ਜਗਤ ਸਿੰਘ, ਹਾਂਜੀ, ਜਿਹੜਾ ਤੁਹਾਡਾ ਲੰਬੜਦਾਰ ਸੀ? ਨੰਬਰਦਾਰ ਸੀ ਸਾਡਾ। 3 ਨੰਬਰਦਾਰ ਸੀ ਸਾਡੇ ਪਿੰਡ 'ਚ। ਅੱਛਾ ਦੂਸਰਿਆਂ ਦਾ ਨਾਂ ਨਹੀਂ ਮੈਨੂੰ ਯਾਦ ਰਿਹਾ, ਤੇ ਉਹਦਾ ਨਾਮ ਮੈਨੂੰ ਅੱਜ ਵੀ ਯਾਦ ਹੈ। ਉਹਦਾ ਬੱਚਾ ਉਸ ਵੇਲੇ ਵੀ ਇੱਥੋਂ ਲਾਹੌਰੋਂ ਪੜ੍ਹ ਕੇ ਗਿਆ ਸੀ। ਜਗਤ ਸਿੰਘ ਦਾ ਬੇਟਾ? ਉਹ ਜਗਤ ਸਿੰਘ ਦਾ ਇੱਥੋਂ ਲਾਹੌਰ ਪੜ੍ਹਨ ਆਇਆ ਸੀ। ਉਹ ਲਾਹੌਰੋਂ ਹੀ ਬਲਕਿ ਇੱਕ ਔਰਤ ਵੀ ਉਹਨੇ ਕਰ ਲਈ ਤੇ ਲੈ ਕੇ ਚਲਾ ਗਿਆ। ਅੱਛਾ ਤੇ ਉਹ ਅਮੀਰ ਆਦਮੀ ਸੀ, ਉਹ ਵੀ ਬਿਲਕੁਲ ਠੀਕ ਠਾਕ। ਅੱਛਾ ਤੇ ਪਿੰਡ ਦੇ ਵਿੱਚ ਜਿਵੇਂ ਹੁਣ ਆਪਣੇ ਇੱਥੇ ਪਿੰਡਾਂ 'ਚ ਮਾਹੌਲ ਐਵੇਂ ਹੀ ਹੁੰਦਾ ਸੀ ਉੱਥੇ? ਹਾਂ ਉਹ ਇਸੇ ਤਰ੍ਹਾਂ ਹੀ। ਇਹ ਦੂਸਰੀਆਂ ਹੁਣ ਮਤਲਬ ਆਪਣੇ ਰਹਿ ਰਹੇ ਆ ਸਾਰੇ ਇਕੱਠੇ ਮੁਸਲਮਾਨ ਹੀ ਰਹਿ ਰਹੇ ਆ ਜੀ ਉੱਥੇ, ਕਿਉਂਕਿ ਮੁਖਤਲਿਫ ਕੌਮਾਂ ਸੀ ਜੀ, ਇੱਕ ਦੂਸਰੇ ਤੋਂ ਕੋਈ ਨਫ਼ਰਤ ਜਾਂ ਕੋਈ ਨਾ ਕੋਈ ਨਹੀਂ ਸੀ। ਬਲਕਿ ਇਹ ਹੋਇਆ ਹੈ ਕਿ ਜਦੋਂ ਆਖਰੀ ਨਾ ਟਾਈਮ ਆਇਆ ਹੈ ਤੇ ਉਹ ਈਦ ਦੀ ਨਮਾਜ਼ ਪੜ੍ਹਨੀ ਸੀ ਨਾ, ਉਦੋਂ ਰੋਜ਼ਿਆਂ ਦੇ ਵਿੱਚ ਹੀ ਬਣਿਆ ਸੀ ਪਾਕਿਸਤਾਨ। ਹਾਂਜੀ ਉਦੋਂ ਰਮਜ਼ਾਨ ਸ਼ਰੀਫ ਸੀ। ਤੇ ਉਹ ਕਹਿਣ ਲੱਗੇ ਯਾਰ ਉਹ ਸਿੱਖ ਮੁੰਡੇ ਕਹਿੰਦੇ ਆ ਵੀ ਅੱਜ ਨਾ ਇੱਥੇ ਇਕੱਠੇ ਹੋਏ ਹੋਣੇ ਅੰਦਰ, ਇੱਥੇ ਵੱਢ ਦਿਓ। ਅੱਛਾ ਐਵੇਂ ਹਵਾ ਕਿਸੇ ਨੇ ਛੱਡੀ ਤੋ ਇੱਕ ਸੀ ਬਾਬਾ ਫਤਿਹ ਮੁਹੰਮਦ, ਉਹਨੇ ਕਿਹਾ ਚਲੋ ਮੈਂ ਇੱਥੇ ਬਹਿਣਾ, ਜਿਸ ਤਰ੍ਹਾਂ ਇਹ ਮਸਜਿਦ ਹੈ ਨਾ ਮੇਰੀ, ਇਸੇ ਤਰ੍ਹਾਂ ਹੀ ਮਸਜਿਦ ਦੇ ਨਾਲ ਸਾਡਾ ਘਰ ਸੀ। ਅੱਛਾ ਐਸ ਜਿਵੇਂ ਮੇਨ ਸੜਕ ਜਾ ਰਹੀ ਹੈ ਇਸੇ ਤਰ੍ਹਾਂ ਹੀ ਬਿਲਕੁਲ ਬਰਾਬਰ। ਅੱਛਾ ਔਰ ਅੱਗੇ ਦਰਖਤ ਸੀ ਬੜਾ ਵੱਡਾ ਪਿਲਕਣ ਸੀ ਦਾ, ਉਹ ਇੱਥੇ ਇੱਕ ਲੱਗੀ ਦੇਖੀ ਇਹਨੇ, ਅੱਗੇ ਨਹੀਂ ਸੀ ਨਜ਼ਰ ਆਈ ਕਦੀ। ਉਹ ਪਿਲਕਣ ਉਹਨੂੰ ਸੱਦਦੇ ਸੀ, ਉਹ ਪਿੱਪਲ ਦੀ ਭੈਣ ਹੀ ਕਹਿ ਲਓ ਤੁਸੀਂ, ਤੇ ਬਹੁਤ ਬੜਾ ਦਰਖਤ ਸੀ ਥੜੇ ਦੇ ਉੱਤੇ ਮਸਜਿਦ ਦੇ ਅੱਗੇ। ਉਹਨੇ ਕਿਹਾ ਮੈਂ ਬੈਠਣਾ, ਤੁਸੀਂ ਨਮਾਜ਼ ਪੜ੍ਹੋ। ਅੱਛਾ ਉਸ ਜਗਤ ਸਿੰਘ ਨੂੰ ਪਤਾ ਲੱਗਾ, ਉਹ ਜਗਤ ਸਿੰਘ ਆਪ ਆਇਆ, ਉਹਨੇ ਆਖਿਆ ਤੁਸੀਂ ਸਾਰੇ ਨਮਾਜ਼ ਪੜ੍ਹੋ, ਨਿਗਰਾਨੀ ਮੈਂ ਕਰਾਂਗਾ ਤੁਹਾਡੀ। ਕਿਆ ਬਾਤ। ਹਾਂਜੀ ਕੋਈ ਮਸਲਾ ਨਹੀਂ ਸੀ। ਹਾਲਾਂਕਿ ਅਸੀਂ 20-25 ਘਰ ਸੀ, ਮਸਜਿਦ ਬਣੀ ਸੀ, ਅਸੀਂ ਆਪਣਾ ਸਾਰਾ ਕਰਦੇ ਸੀ। ਆ ਜ਼ਰੂਰ ਹੈ ਕਿ ਉਸ ਵੇਲੇ ਜਿਹੜਾ ਨਾ ਵੈੜ ਵੂੜ ਦਾ ਕੁਰਬਾਨੀ ਗੋਸ਼ਤ ਜੇ ਉਹ ਇਹਦੇ ਤੋਂ ਜ਼ਰੂਰ ਥੋੜਾ ਗਰੇਜ ਸੀ। ਉਹਦੇ ਚ ਵੀ ਇਹ ਸੀ ਕਿ ਅੰਗਰੇਜ਼ ਨੇ ਬਕਾਇਦਾ ਨਾ, ਮਤਲਬ ਜਿੱਥੇ ਕਿਤੇ ਮੁਸਲਮਾਨਾਂ ਦੀ ਜ਼ਰੂਰਤ ਕਹਿ ਲਓ, ਉੱਥੇ ਬਕਾਇਦਾ ਇੱਕ ਬੁੱਚੜਖਾਨਾ ਬਣਾਇਆ ਜਾਂਦਾ ਸੀ। ਅੱਛਾ ਉੱਥੇ ਸੇਵਾ ਕਰਦੇ ਸੀ। ਸਹੀ ਸਹੀ। ਮੇਰਾ ਇੱਕ ਫੁੱਫੜ ਸੀ, ਉਹ ਬਲਕਿ ਇਹ ਕਹਾਉਣਾ ਵੀ ਉਹਨੇ ਉੱਥੋਂ ਚੰਗੇ ਤੜਕੇ ਉੱਠਣਾ, ਟੁਕੜਾ ਇੱਕ ਲੈ ਕੇ ਪਿਛਲੇ ਪਾਸੇ ਬੰਨ ਲੈਣਾ ਮੇਰੇ ਵਾਲਾ ਸਾਹਿਬ ਲਈ ਤੇ ਲੈ ਆਉਣਾ ਗੋਸ਼ਤ। ਸਹੀ ਸਹੀ ਸਹੀ। ਇਸ ਪਰਹੇਜ਼ ਸੀ, ਬਾਕੀ ਕੋਈ ਮਸਲਾ ਨਹੀਂ, ਕਤਨ ਕੋਈ ਨਹੀਂ ਕਿਸੇ ਤਰ੍ਹਾਂ ਦਾ। ਬੜਾ ਮਿਲ ਜੁਲ ਕੇ ਰਹਿਣਾ ਇੱਕ ਦੂਸਰੇ ਨਾਲ, ਤੇ ਸਿੱਖਾਂ ਨਾਲ ਤੇ ਫਿਰ ਬੜੀ ਦੋਸਤੀ ਹੁੰਦੀ ਸੀ। ਦੋਸਤੀ ਕੋਈ ਮਸਲਾ ਹੀ ਨਹੀਂ ਸੀ। ਪਿੰਡ 'ਚ ਜਿਹੜਾ ਤੁਸੀਂ ਸਕੂਲ ਵੀ ਜਾਂਦੇ ਹੁੰਦੇ ਸੀ? ਹਾਂਜੀ ਕਿ ਬੇਲੀਆਂ ਦੇ ਦੋਸਤਾਂ ਦੇ? ਹਾਂ ਸਾਰੇ ਬਿਲਕੁਲ ਇਸ ਤਰ੍ਹਾਂ ਸੀ। ਤੇ ਬੱਚੇ ਉਸ ਵੇਲੇ ਕਿਉਂਕਿ 5ਵੀਂ 4ਥੀ ਦੇ ਬੱਚੇ ਕਿੰਨੇ ਹਾਂ ਪੂਰੀ ਉਮਰ ਹੁੰਦੀ ਹੈ, ਕੋਈ ਨਹੀਂ ਸਾਰੇ ਲੋਕ ਰਲ ਕੇ ਮਿਲ ਬੈਠਦੇ ਸੀ। ਨਾਂ ਤੇ ਨਹੀਂ ਯਾਦ ਰਿਹਾ? ਨਾਂ ਨਹੀਂ ਯਾਦ ਰਿਹਾ, ਉਹ ਬਚਪਨ ਦੀ ਉਮਰ ਸੀ। ਤੁਹਾਡੇ ਆਂਢੀ ਗੁਆਂਢੀ ਹਮਸਾਏ ਜਿਹੜੇ ਸੀ ਉਹ ਸਾਰੇ ਮੁਸਲਮਾਨ ਸੀ? ਹਾਂ ਸਾਰੇ ਮੁਸਲਮਾਨ ਸੀ। ਅੱਛਾ ਉਹ ਇਹ ਤੇ ਤਰੀਕਾਕਾਰ ਹੈ ਸੀ ਉੱਥੇ। ਅੱਛਾ ਕਿ ਮਹੱਲੇਦਾਰੀਆਂ ਜਿਹੜੀਆਂ ਅਲੱਗ ਸੀ। ਅੱਛਾ ਅੱਛਾ ਮੁਸਲਮਾਨਾਂ ਦੀ ਮਹੱਲਾ ਅਲੱਗਾ? ਹਾਂ ਜੀ ਅਲੱਗਾ ਸੀ। ਅੱਛਾ ਸਿੱਖਾਂ ਦਾ ਅਲੱਗਾ? ਸਿੱਖਾਂ ਦਾ ਅਲੱਗਾ ਸੀ। ਹੈ ਤੇ ਨਾਲ ਹੀ ਸੀ। ਇੱਥੋਂ ਇੱਧਰ ਸ਼ੁਰੂ ਹੋ ਗਿਆ ਤਾਂ ਸਿੱਖ ਇੱਧਰ ਵਸਣ ਰਹੇ ਨੇ, ਅਸੀਂ ਇੱਥੇ ਜਿਹੜਾ ਨਾ ਇਹ ਮਹੱਲਾ ਸਾਡਾ ਜਿਹੜਾ ਹੈ ਇਹਦੇ 'ਚ ਅਸੀਂ ਮੁਸਲਮਾਨ ਰਹਿੰਦੇ ਹਾਂ। ਇਸ ਦੇ ਅੱਗੇ ਸਾਡੇ ਚਮਿਆਲੜੀ ਸੀ, ਉਹ ਚਮਿਆਲੜੀ ਦੇ ਅੰਦਰ ਵੀ 150-200 ਘਰ ਸੀ ਚਮਿਆਰਾਂ ਦਾ। ਔਰ ਉਸ ਵੇਲੇ ਕਲਕੱਤੇ ਬੰਬਈ ਜਾਂਦੇ ਸੀ, ਅਮੀਰ ਸੀ ਸਾਰੇ। ਉਹਨਾਂ ਨੇ ਬਲਕਿ ਇਸ ਤਰ੍ਹਾਂ ਹੀ ਮੇਰੇ ਤਰ੍ਹਾਂ ਹਾਤਾ ਬਣਾਇਆ ਸੀ, ਬਕਾਇਦਾ ਜੰਝ ਘਰ ਸੀ ਉਹਨਾਂ ਦਾ ਆਪਣਾ, ਉੱਥੇ
ਉੱਥੇ ਹੁਣ ਕੋਈ ਛੁੱਕੇ ਰੱਖੇ, ਮੰਜੀਆਂ ਵੀ ਰੱਖੀਆਂ ਹੋਣੇ, ਉੱਥੇ ਉਹ ਫੰਕਸ਼ਨ ਕਰਦੇ ਸੀ ਉਹ ਚਮਿਆਰ ਜਿਹੜੇ ਨੇ। ਅੱਛਾ ਅੱਛਾ, ਹਾਂਜੀ, ਜ਼ਬਰਦਸਤ। ਸੜਕ ਦੇ ਉੱਪਰ ਸੀ ਬਿਲਕੁਲ ਇਸ ਵਾਰ। ਸਹੀ, ਮਤਲਬ ਐਡੀ ਕਮਜ਼ੋਰੀ ਵਾਲੀ ਗੱਲ ਕੋਈ। ਕਮਜ਼ੋਰੀ ਵਾਲੀ ਗੱਲ ਕੋਈ ਨਹੀਂ, ਹਾਂਜੀ। ਮਤਲਬ ਠੀਕ ਠਾਕ। ਅਸੀਂ ਫਿਰ ਉੱਥੋਂ ਵਾਪਸ ਆ ਕੇ ਹੂੰ। ਤੇ ਇੱਥੇ ਮਤਲਬ ਇਤਫਾਕ ਨਾਲ ਮਤਲਬ ਆਪਣਾ ਚੂੜਕਾਣੇ ਕੁਝ ਦਿਨ ਰਹੇ ਆ। ਅੱਛਾ, ਉੱਥੇ ਵੀ ਨਾ ਕੋਈ ਦਿਲ ਲੱਗਾ ਸਾਡਾ, ਫਿਰ ਅਸੀਂ ਕੜਿਆਲ ਵਿਰਕਾਂ ਚਲੇ ਗਏ। ਅੱਛਾ, ਉਹ ਕੜਿਆਲ ਵਿਰਕਾਂ ਦਾ ਕੋਈ ਪਿੰਡ ਹੀ ਗੁਜਰਾ ਵਾਲਾ ਬਦਮਾਸ਼ੀ ਦਾ ਇਲਾਕਾ ਸੀ, ਸਾਡਾ ਵੀ ਦਿਲ ਨਾ ਲੱਗਾ। ਸਹੀ। ਕਿਉਂਕਿ ਜਲੰਧਰ ਇੱਕ ਜਿਹੜਾ ਨਾ ਜ਼ਿਲ੍ਹਾ, ਉਹ ਇੱਥੇ ਵੀ ਤੁਹਾਨੂੰ ਆਮ ਲੋਕ ਮਿਲਦੇ ਹੋਣਗੇ, ਉਹਨਾਂ ਦਾ ਤੇ ਬਾਕੀ ਦੇ ਜ਼ਿਲ੍ਹਿਆਂ ਦਾ ਬੜਾ ਫਰਕ ਆ ਸ਼ਰਾਫਤ ਦੇ ਲਿਹਾਜ਼ ਨਾਲ। ਸਹੀ ਹੈ। ਸਹੀ ਸਹੀ। ਤੋ ਫਿਰ ਅਸੀਂ ਛੱਡ ਕੇ ਉੱਥੋਂ ਨਾ, ਜਦੋਂ ਸਾਨੂੰ ਪਤਾ ਲੱਗਾ ਇੱਧਰ ਸਾਡੇ ਬੰਦੇ ਕੋਈ ਇੱਕ ਦੋ ਰਹਿੰਦੇ ਸੀ ਪਹਿਲੇ ਦੇ ਆਏ, ਅਸੀਂ ਤੇ ਚੁੱਕੇ ਇਲਾਕਾ ਦੇਖਿਆ ਨਹੀਂ ਸੀ। ਫਿਰ ਅਸੀਂ ਇੱਥੇ ਆ ਗਏ। ਇੱਥੇ ਆ ਕੇ ਅੱਲਾਹ ਤਾਲਾ ਨੇ ਬਸ ਰੋਜ਼ੀ ਕਮਾਉਣ ਦਾ ਬਹਾਨਾ ਬਣਿਆ। ਫਿਰ ਬਹੁਤ ਕੁਝ ਹੀ ਹੋਇਆ। ਅੱਛਾ, ਸਹੀ ਹੈ। ਇੱਥੇ ਤੁਸੀਂ ਆਣ ਕੇ ਜਦੋਂ ਤੁਸੀਂ ਆਏ ਸੀ, ਉੱਥੇ ਵਾਲਦ ਸਾਹਿਬ ਤੁਹਾਡੇ ਕੀ ਕਰਦੇ ਸੀ? ਕਿੱਥੇ ਜੀ? ਉੱਥੇ ਇੰਡੀਆ 'ਚ ਉਹ ਦਰਜੀ ਦਾ ਕੰਮ ਕਰਦੇ ਸੀ। ਅੱਛਾ, ਕੱਪੜੇ ਸੀਂਦੇ ਸੀ ਦਰਜੀਆਂ ਦੇ? ਹਾਂਜੀ। ਵਾਲਦ ਦਾਦਾ ਜੀ ਦੇ ਤੁਹਾਡੇ ਉੱਥੇ ਉਹ ਸਿੰਘ ਦੇ ਨਾਲ ਸੀ ਨਾ? ਹਾਂ, ਉਹਨਾਂ ਦੀ ਨੌਕਰੀ 'ਚ ਤੇ ਵਾਲਦ ਸਾਹਿਬ ਤੁਹਾਡੇ ਦਰਜੀ ਸੀ? ਦਰਜੀ ਦੇ ਕੰਮ ਕਰਦੇ। ਤੇ ਤੁਸੀਂ ਫਿਰ ਉਹ ਇੱਥੇ ਵਾਲਦ ਸਾਹਿਬ ਦੇ ਨਾਲ ਆਏ, ਇੱਥੇ ਫਿਰ ਕਿਹੜੀ ਜਗ੍ਹਾ ਤੇ ਆਣ ਕੇ ਤੁਸੀਂ ਮੁਸਤਕਿਲ ਰਿਹਾਇਸ਼ ਇਖਤਿਆਰ ਕੀਤੀ? ਮੁਸਤਕਿਲ ਰਿਹਾਇਸ਼ ਜੀ ਮੈਂ ਅਤੀ 430 ਸਿੱਖ ਸਾਲ 430 ਸਿੱਖ ਸਾਲ ਦੇ ਵਿੱਚ। ਅਜੇ 430 ਸਿੱਖ ਸਾਲ ਦੇ ਵਿੱਚ ਫਿਰ ਆਣ ਕੇ ਕੋਈ ਆਪਣਾ ਰਕਬਾ ਲਿਆ ਜਾਂ ਕੀ? ਨਹੀਂ, ਰਕਬਾ ਫਿਰ ਇਸ ਤਰ੍ਹਾਂ ਹੋਇਆ ਕਿ 430 ਚ ਰਹਿੰਦਿਆਂ ਨਾ ਕੁਦਰਤੀ ਥੋੜੀ ਜਿਹੀ ਅੱਲਾ ਨੇ ਬਾਂਹ ਫੜੀ ਤੇ ਮੈਂ ਵਾਲਦ ਸਾਹਿਬ ਨੂੰ ਨਾ ਇੱਕ ਦੁਕਾਨ, ਪਹਿਲੇ ਤੇ ਨੰਬਰਦਾਰ ਦੇ ਹੱਥੇ 'ਚ ਅਸੀਂ ਰਹਿੰਦੇ ਸੀ, ਤੇ ਉਹ ਹੱਥੇ 'ਚ ਰਹਿੰਦਿਆਂ ਪਤਾ ਲੱਗਾ ਕਿ ਇਹ ਇਲਾਕਾ ਜਿਹੜਾ ਨਾ, ਇੱਥੇ ਕੋਈ ਆਦਮੀ ਵੀ ਆਪਣੀ ਮਤਲਬ ਘਰ ਨਹੀਂ ਬਣਾ ਸਕਦਾ ਜਿੰਨਾ ਚਿਰ ਉਹਦੀ ਜ਼ਮੀਨ ਨਾ ਹੋਵੇ। ਸਹੀ। ਕੁਦਰਤੀ ਇੱਥੇ ਹਿੰਦੂ ਦੀਆਂ 2 ਦੁਕਾਨਾਂ ਸੀ, ਇਹ ਜੱਟਾਂ ਦਾ ਪਿੰਡ ਸੀ, ਉਹ ਛੱਡ ਕੇ ਚਲੇ ਗਿਆ। ਤੇ 429 ਦਾ ਨੂਰ ਮੁਹੰਮਦ ਨਾਮੇ ਰਾਏ ਸੀ, ਉਹਨੇ ਦੁਕਾਨ ਇੱਕ ਲਈ, ਇੱਕ ਸ਼ਹਾਫਤ ਸ਼ਰੀਫ ਸੀ, ਉਹ ਦੋਨੋਂ ਦੁਕਾਨਾਂ ਕਰਦੇ ਸੀ। ਅੱਛਾ। ਕੁਝ ਦੇਰ ਬਾਅਦ ਉਹ ਨੂਰ ਮੁਹੰਮਦ ਛੱਡ ਕੇ ਚਲਾ ਗਿਆ। ਅੱਛਾ। ਮੈਂ ਉਹਨੂੰ ਕਿਹਾ ਯਾਰ ਇਹ ਜਗ੍ਹਾ ਮੈਨੂੰ ਦੇ ਦੇ। ਉਹ ਕਹਿੰਦਾ ਇਹਦਾ ਤੇ ਕਿਰਾਇਆ ਪੈਂਦਾ। ਮੈਂ ਕਿਹਾ ਕਿੰਨਾ? ਉਹਨੇ ਕਿਹਾ ਜੀ 12 ਰੁਪਏ ਸਾਲ ਦਾ। ਮੈਂ ਕੋਈ ਗੱਲ ਨਹੀਂ, ਮੈਂ ਕਿਰਾਇਆ ਦਿਆ ਕਰਾਂਗਾ। ਅਸੀਂ ਉਹਦੇ 'ਚ ਬਹਿ ਗਏ। ਅੱਛਾ। ਬਸ ਕੁਝ ਵਕਤ ਹੀ ਗੁਜ਼ਰਿਆ ਤੇ ਅੱਲਾ ਨੇ ਕਰਮ ਕੀਤਾ ਤਾਂ ਥੋੜੇ ਜਿਹੇ ਐਵੇਂ ਪੈਸੇ ਬਣੇ ਤੇ ਮੈਂ ਉਸ ਦੁਕਾਨ ਦੇ ਵਿੱਚ ਹੀ ਨਾ ਕੋ ਥੋੜਾ ਜਿਹਾ ਸੌਦਾ ਵਾਲਾ ਸਭ ਨੂੰ ਪਾ ਦਿੱਤਾ। ਅੱਛਾ। ਉਸੇ ਦੁਕਾਨ ਵਿੱਚ ਆ ਮੈਂ ਨਾਈਆਂ ਦਾ ਕੰਮ ਮੈਨੂੰ ਸਿਖਾਇਆ ਸੀ, ਉਹ ਮੈਂ ਕਰਦਾ ਸੀ। ਅੱਛਾ। ਉਹ ਵੀ ਮੈਂ 6-4 ਹੀ ਕਰਦਾ ਸੀ, ਕੋਈ ਐਡਾ ਲੰਬਾ ਚੌੜਾ ਨਹੀਂ ਸੀ। ਸਹੀ ਸਹੀ। ਮਗਰ ਸ਼ੁਰੂ ਤੋਂ ਮੈਂ ਬਸ ਫਿਰ ਜਿਸਲੇ ਹੋਸ਼ ਆਈ ਨਾ, ਮਤਲਬ ਫਿਰ ਮੈਂ ਵਪਾਰ ਸ਼ਪਾਰ ਦੇ ਚੱਕਰ 'ਚ ਬਹਿ ਗਿਆ। ਸਨ 59 ਆ ਗਿਆ। ਸਨ 59 ਦੇ ਵਿੱਚ ਲਲਾਮੀ ਆਈ ਇੱਥੇ ਸਿੱਖ ਸਾਹਿਬ ਦੇ 4 ਪਿੰਡ ਵਧੇ, 41, 42, 43 ਜੰਦੋ। ਮੈਂ ਕਿਹਾ ਵੀ ਜ਼ਮੀਨ ਲੈਣੇ ਆ, ਚਲੋ ਜੀ ਹਾਤਾ ਤੇ ਆਪਣੇ ਲਈ ਬਣੇ। ਫਕੀਰਵਾੜੀ ਚਲੇ ਗਏ ਦੋਸਤਾਂ ਦੇ ਨਾਲ। ਅੱਛਾ। ਰਾਣਾ ਜੀ ਖਾਂ ਸੀ ਇੱਕ ਬਸ਼ੀਰ ਵਰਿਆ ਸੀ 28 ਚੱਕ ਦਾ, ਉਹਨਾਂ ਨਾਲ ਮੇਰਾ ਤਲਕ ਸੀ, ਹੁਣ ਜਾਣ ਸੀ, ਇੱਕ ਦੂਜੇ ਨਾਲ ਬਹਿੰਦੇ ਉੱਠਦੇ ਸੀ। ਤੇ ਉੱਥੇ ਜਿਸ ਵੇਲੇ ਸੀ ਫਕੀਰਵਾੜੀ ਗਏ ਤੇ ਕਾਫੀ ਮਹਿੰਗਾ ਪਹਿਲਾਂ ਤੇ ਹੋ ਗਿਆ, ਸਾਰੇ ਲੋਕ ਖਿੰਡ ਖਿੰਡਾ ਗਏ। ਫਿਰ ਪ੍ਰੋਗਰਾਮ ਹੋਇਆ ਕਿ ਚਲੋ ਯਾਰ ਥੋੜੀ ਬਹੁਤੀ ਜਿਵੇਂ ਵੀ ਹੈ ਰਲ ਮਿਲ ਕੇ ਲੈ ਲਓ। ਮੈਂ ਫਿਰ ਉੱਥੇ ਨਿਲਾਮੀ 'ਚ ਖੜੇ ਹੋ ਕੇ 920 ਰੁਪਏ ਫੀ ਏਕੜ ਜ਼ਮੀਨ ਲਈ। ਅੱਛਾ। ਉਸ ਜ਼ਮਾਨੇ 'ਚ। ਸਹੀ ਸਹੀ ਜੀ। ਸਹੀ। ਉਹ ਜ਼ਮੀਨ ਮੇਰੇ ਕੋਲ ਫਿਰ ਸੰਨ 71 ਤੱਕ ਰਹੀ ਹੈ। ਅੱਛਾ ਅੱਛਾ। ਮੈਂ ਆਪਣਾ ਕਾਰੋਬਾਰ ਕਰਦਾ ਰਿਹਾ। ਜੀ। ਸਹੀ। ਕਰਦੇ ਕੁਦਰਤੀ ਮੈਂ ਇੱਥੇ ਡਾਰਾਂ ਵਾਲੇ 'ਚ ਆ ਗਿਆ। ਡਰ ਵਾਲੇ ਇੱਕ ਦੋਸਤ ਨੇ ਮੈਨੂੰ ਮਸ਼ਵਰਾ ਦਿੱਤਾ, ਯਾਰ ਇੱਥੇ ਬੜਾ ਕੰਮ ਹੈ ਸਾਦਕ। ਮੈਂ ਕਿਹਾ ਕੀ? ਉਹਨੇ ਕਿਹਾ ਜੀ ਇੱਥੇ ਆੜਤ ਦਾ ਕੰਮ ਬੜਾ ਹੈ, ਸਬਜ਼ੀ ਫਰੂਟ ਦਾ। ਮੈਂ ਕਿਹਾ ਚਲੋ ਮੀਆਂ ਆੜਤ ਦਾ ਕੰਮ ਹੈ ਤੇ ਆਪਾਂ ਆੜਤ ਦਾ ਕੰਮ ਕਰ ਲੈਂਦੇ ਹਾਂ। ਮੈਂ ਕਿਹਾ ਹੋਣਾ ਕਿਵੇਂ? ਉਹਨੇ ਕਿਹਾ ਜੀ ਹੋਣਾ ਇਹ ਵੇ ਕਿ ਇਹਦਾ ਇੱਕ ਲਾਇਸੈਂਸ ਲੈਣਾ ਪੈਂਦਾ ਹੈ ਆਪਣਾ ਮਾਰਕੀਟ ਕਮੇਟੀ ਤੋਂ। ਅੱਛਾ। ਚਿਸ਼ਤੀਆ। ਮੇਰੇ ਕੋਲ 225 ਰੁਪਈਆ ਹੋਵੇ ਜੇਬ ਵਿੱਚ ਉਸ ਵਕਤ। ਜੀ। ਮੈਂ ਚਿਸ਼ਤੀਆਂ ਚਲਾ ਗਿਆ। ਚਿਸ਼ਤੀਆਂ ਨੂੰ ਆੜਤੀ ਮੇਰੇ ਵਾਕਿਫ ਸੀ ਦੂਸਰੇ ਤੀਸਰੇ। ਮੈਂ ਜਿਸ ਵੇਲੇ ਦਫ਼ਤਰ 'ਚ ਗਿਆ ਨਾ, ਉਹਨਾਂ ਨੂੰ ਮੈਂ ਕਿਹਾ ਮੈਂ ਮੈਨੂੰ ਇੱਕ ਲਾਇਸੈਂਸ ਦਿਓ। ਉੱਥੇ ਇੱਕ ਬੰਦਾ ਪਹਿਲੇ ਇੱਥੇ ਕੰਮ ਕਰਦਾ ਸੀ, ਮੌਲਵੀ ਖਲੀਲ। ਉਹਨਾਂ ਕਿਹਾ ਜੀ ਉਹ ਤਾਂ ਬੜੀ ਜ਼ਿੰਮੇਵਾਰੀ ਦਾ ਕੰਮ ਹੈ, ਉਹ ਨਹੀਂ ਹੋ ਸਕਦਾ।
ਮੇਰੇ ਜ਼ਿਹਨ ਨੇ ਕੰਮ ਕੀਤਾ। ਮੈਂ ਕਿਹਾ ਉਸ ਬੰਦੇ ਨੇ ਜਿਹਨੇ ਮੈਨੂੰ ਦੱਸਿਆ ਨਾ, ਇਹਦਾ ਮਤਲਬ ਉਹਨੇ ਸ਼ੁਰੂ ਕੀਤਾ ਤਾਂ ਉਹਦੇ ਕੋਲ ਹੋ ਨਹੀਂ ਸਕਿਆ। ਮੈਂ ਗੱਲਾਂ ਮੰਡੀ ਚਲਾ ਗਿਆ। ਉੱਥੇ ਇੱਕ ਦੋ ਦੋਸਤ ਮਿਲੇ। ਉਹਨਾਂ ਕਿਹਾ ਕਿੱਧਰ? ਮੈਂ ਕਿਹਾ ਯਾਰ ਇਹ ਕੰਮ ਹੈ। ਤੇ ਜਮਾਦਾਰ ਲਤੀਫ ਸੀ 95 ਚੱਕ ਦਾ ਪਰਸ਼ੋਤਾ, ਉਸ ਵੇਲੇ ਚੇਅਰਮੈਨ ਕਮੇਟੀ ਦਾ। ਉਹ ਬੰਦਾ ਮੈਨੂੰ ਕਹਿਣ ਲੱਗਾ ਵੀ ਉਹ ਫਲਾਂ ਚਬਾਰੇ 'ਚ ਬਹਿੰਦਾ ਹੁੰਦਾ ਹੈ ਮਲਕ ਸੈਫੁੱਲਾ ਦੇ, ਪਤਾ ਕਰੋ ਹਾਂ ਵੀ ਉੱਥੇ ਹੈ। ਮੈਂ ਗਿਆ ਤਾਂ ਬੈਠਾ ਹੋਵੇ। ਮੈਂ ਵਾਪਸ ਆਇਆ। ਵਾਪਸ ਆ ਕੇ ਉਹਨੂੰ ਮੈਨੂੰ ਨਾਲ ਲੈ ਲਿਆ। ਨਾਲ ਲੈ ਕੇ ਉੱਥੇ ਗਏ। ਉਹ ਜਟਕੀ ਗੱਲ ਉਹਨੇ ਕਿਹਾ ਯਾਰ ਤੂੰ ਕਾਹਦਾ ਚੇਅਰਮੈਨ ਹੈ, ਆ ਸਾਡੇ ਬੰਦੇ ਦਾ ਕੰਮ ਹੈ, ਤਾਂ ਤੇਰੇ ਅਮਲਾ ਗੱਲ ਹੀ ਨਹੀਂ ਸੁਣਦਾ। ਉਹ ਵੀ ਗਰਮੀ ਖਾ ਗਿਆ, ਨਾਲ ਹੀ ਉੱਠ ਕੇ ਤੁਰ ਪਿਆ। ਅਸੀਂ ਦਫ਼ਤਰ ਅੱਗੇ ਆ ਗਏ। ਉਹ ਦਫ਼ਤਰ ਵਾਲੇ ਵੀ ਉਸ ਵੇਲੇ 3 ਦਾ ਟਾਈਮ ਹੋ ਗਿਆ, ਬਾਹਰ ਨਿਕਲਦੇ ਹੁਣ। ਉਹ ਉਹਨਾਂ ਦੀ ਗੱਲ ਲੱਗ ਗਿਆ। ਉਹਨੇ ਕਿਹਾ ਯਾਰ ਗੱਲ ਸੁਣੋ, ਸਾਡਾ ਕੰਮ ਹੈ ਮਾਰਕੀਟ ਫੀਸ ਵਸੂਲਣੀ, ਸਾਡੇ ਲੋਕ 10 ਬੰਦੇ ਕੰਮ ਕਰਨ, ਇਹ ਤੁਹਾਡੀ ਕੀ ਬਦਮਾਸ਼ੀ ਹੈ ਬਾਈ? ਉਹ ਜਿਵੇਂ ਸਭ ਸੱਚਾਈ ਦਾ ਕੰਮ ਹੈ। ਆ ਜਿਹੜੀ ਹੁਣ ਵੀ ਇਮਰਾਨ ਖਾਨ ਕਹਿੰਦਾ ਕਿ ਅਸੀਂ ਇਹਨੂੰ ਘੱਟ ਕਰਾਂਗੇ, ਲੋਕਾਂ ਲਈ ਸਹੂਲਤ ਪੈਦਾ ਕਰਾਂਗੇ, ਮਤਲਬ ਪ੍ਰੋਬਲਮ ਨਹੀਂ ਹੋਏਗੀ। ਪਹਿਲੇ ਅਫਸਰਸ਼ਾਹੀ ਇਹ ਪ੍ਰੋਬਲਮ ਪੈਦਾ ਕਰਦੀ ਹੈ ਜਿਹੜਾ ਬੰਦਾ ਕੰਮ ਕਰਦਾ। ਆਪ ਮਤਲਬ ਆਪਣੇ ਇਖਤਿਆਰਾਂ ਦਾ ਨਜਾਇਜ਼ ਫਾਇਦਾ ਉਠਾਉਂਦੇ ਨੇ। ਸਹੀ ਹੈ। ਉਸ ਤੋਂ ਅੱਗੇ ਉਹ ਹਾਂ ਨਹੀਂ ਜੀ ਕੋਈ ਨਹੀਂ ਜੇ ਹੈ ਉਹ ਹੈ ਜੀ, ਸਵੇਰੇ ਆ ਜਾਣ ਜੀ, ਮੈਂ ਲਾਇਸੈਂਸ ਬਣਾ ਦਿੰਦਾ। ਤੇ ਉਹਦੇ ਤੇ ਫੀਸ ਕੋਟ ਲੱਗਣਾ ਹੈ ਗਲਬਨ 10:30 ਜਾਂ 10:15 ਦਾ। ਮੈਂ 15 ਰੁਪਏ ਕੱਢ ਕੇ ਉਹਨੂੰ ਦੇ ਦਿੱਤੇ। ਮੈਂ ਕਿਹਾ ਆਪੇ ਬੁਲਾਉਂਦਾ ਰਹੀ। ਫਿਰ ਕੀ ਰੁਕਾਵਟ ਆਉਣੀ ਸੀ? ਮੈਂ ਇੱਥੇ ਆਇਆ, ਰੌਲਾ ਰੱਪਾ ਪਾਇਆ ਵੀ ਤੁਹਾਡੇ ਲਈ ਨਵੀਂ ਆੜਤ ਖੋਲਣੀ ਹੈ। ਮੈਂ ਚਿਸ਼ਤੀਆਂ ਸਵੇਰੇ ਗਿਆ, ਲਾਇਸੈਂਸ ਫੜ ਲਿਆ ਅੰਦਰ। ਉੱਥੇ ਐਵੇਂ ਸੜਕ ਦੇ ਉੱਤੇ ਮੈਂ ਪੁਲੀ ਤੇ 2 ਸਫਾ ਸਿੱਟੀਆਂ, ਪਿੱਛੇ ਦੁਕਾਨਦਾਰ ਮੇਰੇ ਬੇਲੀ ਸੀ। ਉੱਥੇ ਮੈਂ ਹੁੱਕਾ ਰੱਖਿਆ, ਮੰਜੀ ਰੱਖ ਲਈ, ਬਹਿ ਕੇ ਤੇ ਆੜਤ ਸ਼ੁਰੂ ਕਰ ਦਿੱਤੀ। ਔਰ ਉਹ ਫਿਰਦੇ ਆ ਮੇਰੇ 50 ਰੁਪਏ ਖਰਚ ਆ ਗਏ, ਪੌਣੇ 200 ਮੇਰੇ ਕੋਲ ਹੋ ਗਏ। ਉਸ ਵੇਲੇ 100 ਦੇ ਨੋਟ ਦੀ ਬੜੀ ਪਾਵਰ ਸੀ। ਮੈਨੂੰ ਜੇ ਥੋੜੀ ਬਹੁਤੀ ਜ਼ਰੂਰਤ ਪਵੇ ਤਾਂ ਉਹਨਾਂ ਦੁਕਾਨਦਾਰਾਂ ਕੋਲੋਂ ਮੈਂ ਲੈ ਲਵਾਂ, ਉਹ ਵਸੂਲੀ ਕਰਕੇ ਮੈਂ ਵਾਪਸ ਕਰ ਦਿਆਂ। ਵਕਤ ਗੁਜ਼ਰਦਾ ਗਿਆ। ਉਸ ਕੰਮ 'ਚ ਮੈਨੂੰ ਮਹਿਸੂਸ ਹੋਇਆ ਵੀ ਇਹ ਕੰਮ ਸਾਰਿਆਂ ਨਾਲੋਂ ਠੀਕ ਹੈ। ਸਕੂਲ ਵੀ ਇਹ ਬੱਚੇ ਪੜ੍ਹਨਗੇ ਤੇ ਹੋਵੇ ਨਹੀਂ ਤੇ ਤੂੰ ਜ਼ਮੀਨ ਤੋਂ ਕੀ ਲੈਣਾ, ਜ਼ਮੀਨ ਵੇਚ ਛੱਡ। ਮੈਂ ਉਹ ਜ਼ਮੀਨ 2000 ਰੁਪਏ ਏਕੜ ਵੇਚ ਦਿੱਤੀ। ਅੱਛਾ ਜੀ। ਸਹੀ। ਵੇਚ ਕੇ ਤੇ ਉਸ ਵੇਲੇ ਤੇ ਮਤਲਬ 100 ਜਾਂ 1000 ਵੈਸੇ ਹੀ ਨਹੀਂ ਸੀ ਆਮ ਬੰਦੇ ਕੋਲ, ਨਹੀਂ ਹੁੰਦਾ ਸੀ ਗੱਲ ਜੀ। ਬੜੀ ਅਹਿਮੀਅਤ ਸੀ ਮੇਰੀ, ਅਹਿਮੀਅਤ ਸੀ। ਮੇਰਾ ਤਾਂ ਕੰਮ ਚੱਲ ਗਿਆ। ਕੰਮ ਚੱਲਣ ਤੋਂ ਬਾਅਦ ਇੱਥੇ ਡਾਰਾਂ ਵਾਲਾ ਉਸ ਵੇਲੇ ਬਣਨਾ ਸ਼ੁਰੂ ਹੋਇਆ ਸੀ, ਨਵਾਂ। ਉਹ 2 ਜੱਟ ਸੀ ਇੱਥੇ ਦੇ 74 ਚੱਕ ਦੇ, ਉਹ ਮੇਰੇ ਦੋਸਤ ਬਣ ਗਏ ਬੈਣ ਖਲੋਣ। ਉਹਨਾਂ ਆਖਿਆ ਸੀ ਯਾਰ ਇਹ ਜ਼ਮੀਨ ਵੇਚਣੀ ਆ। ਉਹਨਾਂ ਜੱਟਾਂ ਦਾ ਕੋਈ ਥੋੜਾ ਜਿਹਾ ਆਪਸ ਵਿੱਚ ਕਤਲਾਂ ਦਾ ਵੈਰ ਸੀ ਤੇ ਉਹਨਾਂ ਤੇ ਲੋਕ ਨਿਸ਼ਚਿਤ ਮਾਤ ਕਰਦੇ। ਮੈਂ ਜੋ ਕੋਈ ਵਪਾਰੀ ਆਦਮੀ ਸੀ, ਮੇਰਾ ਤਲਕ ਸੀ ਲੋਕਾਂ ਦੇ ਨਾਲ। ਉਹ ਮੈਂ 300 ਰੁਪਏ ਮਰਲੇ ਨਾਲ ਉੱਥੋਂ ਵੇਚਣੀ ਸ਼ੁਰੂ ਕੀਤੀ। ਇੱਕ ਦੁਕਾਨ ਮੈਂ ਆਪ ਬਣਾ ਲਈ। 3 ਦੁਕਾਨਾਂ ਦੀ ਜਗ੍ਹਾ ਮੈਂ ਲਈ, ਕੋਈ ਇੱਕ ਉੱਥੇ ਲਈ, 2 ਦੀ ਅੱਗੇ ਆ ਕੇ ਲਈ। ਤੇ ਉਹ ਮੈਂ ਕੋਸ਼ਿਸ਼ ਇਹ ਕੀਤੀ ਵੀ ਜਿਹੜੀ ਨਾ ਥੋੜੀ ਮਤਲਬ ਹੋਵੇ ਕੰਮ। ਮੈਂ ਉਸ ਵੇਲੇ ਰਹਿائش ਵੀ ਇਸ ਤਰ੍ਹਾਂ ਸੀ ਤੇ ਉਹ ਅੱਲਾ ਕੀਤਾ ਉਹ ਲੈ ਲਈ। ਉਹ ਦੁਕਾਨ ਤੇ ਮੇਰਾ ਖਿਆਲ ਹੈ ਮੇਰਾ ਕੋਈ 1200-1400 1500 ਰੁਪਈਆ ਲੱਗਾ ਹੋਏਗਾ। ਉਹ ਥੋੜੇ ਦਿਨਾਂ ਬਾਅਦ ਹੀ 6000 ਦੀ ਵਿਕ ਗਈ। ਅੱਛਾ ਸਹੀ। ਫਿਰ ਮੈਂ ਆਹਿਸਤਾ ਚਲੋ ਜੀ ਉਹ ਕੰਮ ਚੱਲਦਾ ਗਿਆ ਤੇ ਉਹ ਕੰਮ ਚੱਲਦੇ ਨਾਲ ਇਹ ਲੈ ਲਿਆ, ਉਹ ਵੇਚ ਲਿਆ। ਔਰ ਉਸ ਵੇਲੇ ਕੁਦਰਤੀ ਤੌਰ ਤੇ ਚੱਕਰ ਚੱਲਦਾ ਰਿਹਾ। ਬੰਦਾ ਇੱਕ ਮੇਰੇ ਕੋਲ ਆਇਆ, ਉਹ ਮੈਨੂੰ ਕਹਿਣ ਲੱਗਾ ਯਾਰ ਉਹਨਾਂ ਨੇ ਇੱਥੇ ਪੱਠਾ ਲਾਇਆ ਸੀ, 74 ਚੱਕ ਦੇ ਰਹਿਣ ਵਾਲੇ ਉਹ ਚਾਚਾ ਭਤੀਜਾ, ਉਹ ਲੜ ਪਏ ਆਪਸ ਵਿੱਚ। ਮੈਨੂੰ ਕੁਛ ਤੇਰਾ ਤਲਕ ਕੇ ਵਾਸਤਾ ਹੈ ਤੇ ਮੈਨੂੰ ਜਗ੍ਹਾ ਲੈ ਦੇ ਪੱਠੇ ਵਾਸਤੇ। ਮੈਂ ਇੱਥੋਂ ਗਿਆ ਤੇ 30 ਚੱਕ 'ਚ ਸਰਵਰ ਨਾਮੀ ਆਦਮੀ ਹੈ, ਉਹਦੇ ਰਕਬੇ 'ਚ ਪੱਠਾ ਪੁਰਾਣਾ ਬਣਿਆ ਸੀ। ਜਦੋਂ ਇਹ ਸੜਕ ਬਣੀ ਹੈ ਨਾ ਪੱਕੀ ਚਿਸ਼ਤੀਆਂ ਤੋਂ ਹਰੂਣਾਬਾਦ, ਬਲਕਿ ਰਿਆਸਤ ਦੇ ਵਿੱਚ ਸਭ ਤੋਂ ਪਹਿਲੀ ਸੜਕ ਹੈ ਚਿਸ਼ਤੀਆਂ ਤੋਂ ਹਰੂਣਾਬਾਦ ਬਣੀ ਹੈ। ਹਾਸਰਪੁਰ ਵੀ ਕੱਚਾ ਸੀ, ਬਾਬਾ ਨਗਰ ਵੀ ਕੱਚਾ ਸੀ, ਫੋਰਡਾਬਾਦ ਵੀ ਕੱਚਾ ਸੀ। ਸਿਰਫ ਇਹ ਹੀ ਇੱਕ ਸੜਕ ਬਣੀ ਸੀ ਪਹਿਲੇ। ਤਕਰੀਬਨ ਮੇਰਾ ਖਿਆਲ 50-52 ਦੀ ਗੱਲ ਹੈ ਜਦੋਂ ਬਣੀ ਕਿਤੇ। ਉਹ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਇਹ ਭੱਠਾ ਤੁਸੀਂ ਠੇਕੇ ਤੇ ਦਿੰਦੇ ਹੋ? ਉਹਨਾਂ ਕਿਹਾ ਯਾਰ ਠੇਕੇ ਤੇ ਦਿੰਦੇ ਆ। ਮੈਂ ਕਿਹਾ ਦਿਓ, ਇਹ ਕੀ ਲਓਗੇ? ਉਹਨਾਂ ਕਿਹਾ ਜੀ ਅਸੀਂ 5000 ਇੱਟ ਲਿਆ ਕਰਾਂਗੇ ਗੇਟ ਦੀ।
ਉਹ ਜ਼ਿਹਨ ਚ ਆਇਆ ਵੀ ਯਾਰ ਉਹਨੂੰ ਕਦ ਲਈ ਦੱਸਣਾ ਤਾਂ ਇਹ ਜਦੋਂ ਇਹਨਾਂ ਨੇ ਲੈਣਾ ਹੀ ਕੁਝ ਨਹੀਂ, ਗੇੜ ਪਕਾਵਾਂਗੇ ਤੇ ਇਹਨਾਂ ਨੇ ਕੁਝ ਲੈਣਾ, ਤੇ ਤੂੰ ਸਾਦਕ ਆਪ ਹੀ ਕਰਕੇ ਦੇਖ ਲੈ। ਮੈਂ ਉੱਥੇ ਖੋਜੇ ਬਿਠਾ ਦਿੱਤੇ, ਕੰਮ ਸ਼ੁਰੂ ਕਰਵਾਤਾ। ਪੈਸੇ ਤਾਂ ਮੇਰੇ ਕੋਲ ਹੈ ਸੀ ਜੀ, ਤੂੰ ਅੱਲਾ ਕੀਤਾ, ਬੰਦੇ ਆਉਣ ਲੱਗ ਪਏ। ਇੱਕ ਘੁਮਿਆਰ ਆ ਗਿਆ 5 ਚੱਕ ਚੋਂ, ਉਹਨੇ ਕਿਹਾ ਜੀ ਮੈਨੂੰ ਰੱਖ ਲਓ। ਮੈਂ ਕਿਹਾ ਤੂੰ ਕੀ ਕਰਨਾ? ਉਹਨੇ ਕਿਹਾ ਜੀ ਮੈਂ ਜਲਾਈ ਭਰਾਈ ਸਭ ਕੰਮ ਮੈਂ ਜਾਣਨਾ। ਮੈਂ ਕਿਹਾ ਠੀਕ ਹੈ ਮੀਆਂ ਬਿਸਮਿਲ੍ਲਾ। 5 ਕਿਹੜੇ ਚੋਂ ਜੀ? 5 ਕਿਹੜੇ ਚੋਂ? 5 ਫਤਿਹ ਨਾਲ। 5 ਫਤਿਹ ਤੋਂ। ਉਹ ਮੈਨੂੰ ਕਹਿੰਦਾ ਜੀ ਮੈਨੂੰ 50 ਰੁਪਏ ਦਿਓ, ਮੈਂ ਚਿਸ਼ਤੀਆਂ ਜਾਣਾ ਤੇ ਮੈਂ ਬੰਦੇ ਲਿਆਉਣੇ ਨੇ। ਮੈਂ ਉਹਨੂੰ 50 ਰੁਪਏ ਦੇ ਦਿੱਤੇ। ਉੱਥੇ ਜਾ ਕੇ ਉਹ ਇਲਮਦੀਨ, ਉਮਰਦੀਨ, 2-3 ਭਰਾ ਸੀ ਉਹਦੇ ਰਿਸ਼ਤੇਦਾਰ। ਉਸ ਜ਼ਮਾਨੇ 'ਚ ਖੋਤਿਆਂ ਦਾ ਜ਼ਮਾਨਾ ਸੀ, ਇੱਟ ਦੇ ਭਰਾਈਆਂ ਭਰੂਈਆਂ ਇਹ ਉਹ ਖੋਤੇ ਖਾਤੇ ਲੈ ਕੇ ਇੱਥੇ ਆ ਗਏ ਅੱਡੇ ਤੇ। ਉਹ ਚੱਲਿਆ ਸ਼ਾਰਟ ਤੁਸੀਂ ਹੁਣ ਦੱਸ ਕਿ ਮੇਰਾ ਉਸ ਵੇਲੇ 105 ਰੁਪਏ ਮੈਂ ਪਹਿਲੀ ਇੱਟ ਵੇਚੀ ਹੈ ਜੀ। ਤੇ ਫਿਰ ਮੈਂ ਉਹ 7-8 ਸਾਲ ਕੰਮ ਕੀਤਾ ਪੱਠਿਆਂ ਦਾ 30 ਚੱਕ 'ਚ। ਅੱਛਾ ਅੱਛਾ ਜੀ ਸਹੀ। ਪਹਿਲੋਂ ਇੱਕ ਕੀਤਾ, ਫਿਰ ਦੂਸਰਾ ਬਣਾਇਆ ਨਵਾਂ। ਤੂੰ ਮੈਨੂੰ ਤੇ ਪਤਾ ਹੀ ਨਾ ਰਿਹਾ ਵੀ ਪੈਸੇ ਕਿੱਧਰੋਂ ਦੀ ਆਈ ਜਾਂਦੇ ਨੇ। ਇਹ ਸ਼ਹਿਰ ਦਾ ਕੰਮ ਵੀ ਮੈਂ ਕਰੀ ਜਾਵਾਂ ਜੀ। ਇੱਥੇ ਦੁਕਾਨ ਕੋਈ ਲੈ ਲਵਾਂ ਮੈਂ, ਕੋਈ ਬਣਾ ਕੇ ਵੇਚ ਦੇਵਾਂ। ਇੱਟ ਮੇਰੀ ਆਪਣੀ ਸੀ। ਤੇ ਜ਼ਿਹਨ 'ਚ ਆ ਗਈ ਗੱਲ ਵੀ ਹਾਜੀ ਸ਼ੇਰ ਮੁਹੰਮਦ ਚਿਸ਼ਤੀਆਂ ਵਾਲਾ ਜਿਹੜਾ ਆ, ਇਹਨਾਂ ਨੇ ਪਹਿਲੇ ਭੱਠਿਆਂ ਦਾ ਕੰਮ ਕੀਤਾ ਸੀ ਤੇ ਬਾਅਦ ਵਿੱਚ ਫੈਕਟਰੀ ਲਾ ਕੇ ਬੈਠੀ ਹੈ। ਸਾਦਕ ਤੂੰ ਵੀ ਫੈਕਟਰੀ ਲਾ ਕੇ ਦੇਖ। ਅੱਛਾ ਜੀ ਸਹੀ। ਤੇ ਇਹ ਰਕਬਾ ਮੈਂ ਉਸ ਵੇਲੇ 4 ਏਕੜ 1,30,000 ਦਾ ਖਰੀਦਿਆ ਸੀ। ਅੱਛਾ ਜੀ ਸਹੀ ਸਹੀ। ਸਨ 77 ਚ। ਅੱਛਾ 1,30,000 ਦੇ 4 ਏਕੜ ਸਹੀ ਜੀ। ਸਹੀ। ਇੱਟ ਮੇਰੇ ਕੋਲ ਆਪਣੀ ਸੀ। ਮੈਂ ਫੈਕਟਰੀ ਲਾਉਣ ਲੱਗ ਪਿਆ। ਅੱਛਾ ਉਹ ਵੀ ਅੱਲਾਹ ਤਾਲਾ ਨੇ ਲਵਾ ਦਿੱਤੀ ਜੀ। ਸਭ ਤੋਂ ਪਹਿਲਾ ਬੰਦਾ ਮੈਂ ਡਾਰਾਂ ਵਾਲੇ ਜਿਹੜਾ ਸਨਦਕਾਰੀ ਕਰਨ ਵਾਲਾ। ਤੇ ਮਹਿਕਮੇ ਵਾਲੇ ਏਡੇ ਉਲੂ ਦੇ ਪੱਠੇ ਕਿ ਮਨਜ਼ੂਰੀ ਵਾਸਤੇ ਕਾਗਜ਼ਾਤ ਇਹਦੇ ਬਣਾਉਣੇ ਸੀ। ਉਹਦਾ ਨਕਸ਼ਾ ਬਕਾਇਦਾ ਬਣਾਉਣਾ ਪੈਂਦਾ ਹੈ। ਉਹ ਮੈਂ ਜਮ੍ਹਾਂ ਕਰਵਾਇਆ ਉਹਨਾਂ ਨੂੰ ਬਣਾ ਕੇ। ਉਹਨਾਂ ਨੇ ਮੇਰੇ ਕੋਲੋਂ ਪ੍ਰੈਸ ਦਾ 5,000 ਰੁਪਈਆ, 5,000 ਇਹਦਾ ਸਰਜੀਨਾ ਦਾ, 10,000 ਰੁਪਈਆ ਵੀ ਜਮ੍ਹਾਂ ਕਰਾਇਆ। ਮੈਂ ਫੈਕਟਰੀ ਲਾ ਕੇ ਚਲਾ ਵੀ ਦਿੱਤੀ। ਤੇ ਬਾਅਦ ਵਿੱਚ ਆ ਗਿਆ ਕੀ ਹੋਇਆ ਜੀ, ਇਹਦਾ ਰਕਬਾ ਘੱਟ ਹੈ, ਇਹ ਮਨਜ਼ੂਰ ਨਹੀਂ ਹੋ ਸਕਦੀ। ਬਲਕਿ ਇੱਕ ਵਾਰੀ ਇੱਕ ਉੱਲੂ ਦਾ ਪੱਠਾ ਬੰਦਾ ਸੀ, ਉਹਨੇ ਮੇਰਾ ਚਲਾਨ ਕਰਵਾ ਦਿੱਤਾ। ਏਸੀ ਸਾਹਿਬ ਉਹਨੂੰ ਪੁੱਛਦਾ ਵੀ ਮੈਂ ਕਿੰਨਾ ਜੁਰਮਾਨਾ ਕਰ ਸਕਦਾ? ਉਹਨੇ ਕਿਹਾ ਜੀ ਤੁਸੀਂ ਜ਼ਿਆਦਾ ਤੋਂ ਜ਼ਿਆਦਾ 5,000 ਕਰ ਸਕਦੇ ਹੋ। ਉਹਨੇ ਮੈਨੂੰ 5,000 ਦੋਨਾਂ ਖਾਤਿਆਂ ਦਾ, ਪ੍ਰੈਸ ਦਾ ਅਲੱਗਾ ਤੇ ਸਰਜੀਨਾ ਦਾ ਅਲੱਗਾ, ਭੁੱਲਰ ਏਸੀ ਸੀ, ਕਰ ਦਿੱਤਾ। ਮੈਂ ਨਵੀਂ ਕਾਪੀ ਚੁੱਕ ਉਹਦੇ ਅੱਗੇ ਸੁੱਟੀ, ਉਹ ਲੈ ਕੇ ਮੈਂ ਪਿਛਾਂ ਚੁੱਕ ਕੇ ਆ ਗਿਆ। ਉਹਨੇ ਫਿਰ ਕਿਸੇ ਬੰਦੇ ਕੋਲ ਗੱਲ ਕਰਨਾ ਕਿ ਯਾਰ ਬੜਾ ਦਲੇਰ ਆਦਮੀ ਹੈ, ਉਹਨੇ ਪਰਵਾਹ ਹੀ ਨਹੀਂ ਕੀਤੀ ਜ਼ਰਾ। ਜਿਨ੍ਹਾਂ ਨੇ ਕਿਹਾ ਵੀ ਮੈਨੂੰ ਨਾ ਤੁਸੀਂ ਘੱਟ ਕਰੋ ਵੱਧ ਕਰੋ ਕੀ ਹੈ। ਉਸ ਵੇਲੇ 10,000 ਰੁਪਏ ਦੀ ਬੜੀ ਅਹਿਮੀਅਤ ਸੀ ਜੀ। ਬੜੀ 100 ਦੇ ਵਿੱਚ ਲੋਕ ਘਰ ਖਰੀਦ ਲੈਂਦੇ। ਨਾ 150 ਰੁਪਏ ਮਣ ਤੇ ਮੈਂ ਕਪਾਹ ਖਰੀਦ। ਪਹਿਲੇ ਜਦੋਂ ਮੈਂ ਫੈਕਟਰੀ ਪਹਿਲਾ ਸਾਲ ਚਲਾਈ ਇਹ 150 ਰੁਪਏ ਮਣ ਖਰੀਦਦੀ ਹੈ। ਕੀ ਬਾਤ ਜੀ। ਸਹੀ ਸਹੀ, ਜ਼ਬਰਦਸਤ, ਮਾਸ਼ਾਅੱਲਾ ਜੀ। ਸੋਹਣੀ ਕਾਮਯਾਬ ਜ਼ਿੰਦਗੀ ਉੱਥੋਂ ਤੁਸੀਂ ਆਏ ਜੀ। ਉੱਥੇ ਵੀ ਮਾਸ਼ਾਅੱਲਾ ਬਿਹਤਰੀਨ ਅੱਛੀ ਜ਼ਿੰਦਗੀ ਗੁਜ਼ਾਰੀ। ਦੇਖੋ ਜੀ ਮੈਨੂੰ ਆਪਣੇ ਆਪ ਤੇ ਫਖਰ ਹੈ ਕਿ ਅਸੀਂ ਪੂਰੇ ਇਸ ਇਲਾਕੇ ਦੇ ਵਿੱਚ, ਬਲਕਿ ਮੇਰਾ ਉਸ ਜ਼ਮਾਨੇ 'ਚ ਇੱਕ ਵਾਰ ਲਾਹੌਰ ਕੰਮ ਸੈੱਟ ਹੋ ਗਿਆ ਸੀ ਸਬਜ਼ੀ ਦਾ। 51 ਨੰਬਰ ਦੁਕਾਨ ਦੇ ਉੱਤੇ ਬੰਦੇ ਕਹਿਣ ਵੀ ਲੱਗੇ ਮਸ਼ਰਫ ਸੇ 4,000 ਰੁਪਈਆ ਨਾ ਯਾਦਗਾਰ ਪਾਕਿਸਤਾਨ ਦੇ ਨਾਲ ਜਿਹੜੀ ਜ਼ਮੀਨ ਉਹਦੀ 4,000 ਰੁਪਈਆ ਮਰਲੇ ਦੀ ਕੀਮਤ ਸੀ। ਉਹ ਮੈਂ ਕਿਹਾ ਨਹੀਂ ਯਾਰ ਇੱਥੇ ਨਹੀਂ ਕੁਛ ਵੀ ਕਰਨਾ, ਮੈਂ ਜੋ ਕੀਤਾ ਉੱਥੇ ਹੀ ਕਰਨਾ। ਲਾਹੌਰ 'ਚ ਮੇਰਾ ਨਾਮ ਕਿਹਨੇ ਲੈਣਾ? ਅੱਜ ਅੱਲਾਹ ਤਾਲਾ ਦੀ ਮਿਹਰਬਾਨੀ ਹੈ ਕਿ ਮੈਨੂੰ ਇੱਥੇ ਪੂਰੀ ਰਿਆਸਤ ਦੇ ਵਿੱਚ ਲੋਕ ਮੇਰਾ ਨਾਮ ਲੈਂਦੇ ਨੇ, ਲੋਕ ਮਿਸਾਲ ਵੀ ਦਿੰਦੇ ਨੇ ਜੀ। ਜੀ ਜ਼ਬਰਦਸਤ। ਉਸ ਤੋਂ ਬਾਅਦ ਕਾਰੋਬਾਰ ਹੈ। ਸਨ 85 'ਚ ਮੈਂ ਫਿਰ ਇੱਕ ਫੈਕਟਰੀ ਲਾਈ ਲੁੱਡਣ। 85 'ਚ ਦੁਬਾਰਾ ਇੱਥੋਂ ਕਰਦਿਆਂ ਦੂਸਰੀ ਫੈਕਟਰੀ ਲਾਈ, ਉਹ ਵੀ ਚਲਾਈ ਹੈ। ਮੈਂ 18 ਸਾਲ ਫੈਕਟਰੀਆਂ ਦੇ ਕੰਮ ਚਲਾਇਆ। ਅੱਜ ਵੀ ਮੈਂ ਚਲਾਉਣਾ ਹੋਵੇ ਤਾਂ ਚਲਾ ਸਕਦਾ, ਗੱਲ ਕੋਈ ਨਹੀਂ। ਪਰ ਹੁਣ ਮੈਨੂੰ ਬੱਚੇ ਨਹੀਂ ਕਰਨ ਦਿੰਦੇ। ਕੁਝ ਇੱਕ ਉਹਨਾਂ ਨੇ ਕੰਮ ਆਪ ਜਾਣ ਕੇ ਗਲਤ ਕਰ ਲਿਆ ਸੀ, ਉਹਦੇ 'ਚ ਨਫਾ ਨੁਕਸਾਨ ਕਾਫੀ ਜ਼ਿਆਦਾ ਹੋਇਆ। ਇਸ ਤੋਂ ਮੈਨੂੰ ਫਿਰ ਇਸ ਕੰਮ ਨੂੰ ਇੱਕ ਵਾਰ ਖਤਮ ਕਰਨਾ ਪੈ ਗਿਆ। ਸਹੀ ਹੈ। ਮੈਂ ਆਪਣੀ ਵਾਵਕਾਰ ਜ਼ਿੰਦਗੀ ਜਿਹੜੀ ਨਾ ਉਹਨੂੰ ਬਦਸਤੂਰ ਰੱਖਿਆ ਹੈ। ਜ਼ਬਰਦਸਤ, ਅੱਲਾ ਦਾ ਸ਼ੁਕਰ ਹੈ। ਹੁਣ ਵੀ ਇਹ ਮਕਾਨ ਮੈਂ ਜਿਹਦੇ 'ਚ ਰਹਿਣਾ, ਇਹ ਬਕਾਇਆ ਮੇਰੇ ਕੋਲ ਇਹ ਬਚਾ ਹੀ ਮੈਂ 3 ਕਰੋੜ ਦਾ ਵੇਚਿਆ ਜੀ। ਤੇ ਵੇਚ ਕੇ ਉੱਥੇ 8 ਕਿੱਲੇ ਜ਼ਮੀਨ ਵੀ ਲੈ ਲਈ, ਉਹਦੇ ਡੇਰਾ ਡੰਡਾ ਵੀ ਫਸਟ ਕਲਾਸ ਹੈ ਬਣਿਆ, ਉਹ ਘਰ ਵੀ ਬਣ ਗਿਆ
ਹਾਂਜੀ ਬਿਹਤਰੀਨ ਤੇ ਅੱਲਾਹ ਤਾਲਾ ਦਾ ihsan ਹੈ। ਮਾਲਕ ਦੀ। 86 ਸਾਲ ਉਮਰ ਹੈ, ਨਿਭਾਈ ਬੈਠੇ ਆ ਤੇ ਕੋਈ ਮਸਲਾ ਨਹੀਂ। ਅਲਹਮਦੁਲਿਲਾ ਤੇ ਮੇਰੇ ਪੋਤਰਿਆਂ ਦੀ ਔਲਾਦ 14 ਬੱਚੇ ਨੇ। ਜ਼ਬਰਦਸਤ ਮਾਸ਼ਾਅੱਲਾ। ਨਾਜ਼ਰੀਨ, ਬਾਬਾ ਜੀ ਹੋਰਾਂ ਦੀਆਂ ਗੱਲਾਂ ਸੁਣੀਆਂ ਤੁਸੀਂ ਕਿ ਬਾਬਾ ਜੀ ਜ਼ਿਲ੍ਹਾ ਜਲੰਧਰ ਚੋਂ ਹਿਜਰਤ ਕਰਕੇ ਇੱਧਰ ਆਏ ਔਰ ਉੱਥੇ ਵੀ ਉਹਨਾਂ ਇੱਕ ਬਾਵਕਾਰ ਜ਼ਿੰਦਗੀ ਗੁਜ਼ਾਰੀ। ਔਰ ਬਾਬਾ ਜੀ ਦੀਆਂ ਗੱਲਾਂ ਸੁਣ ਕੇ ਅੰਦਾਜ਼ਾ ਹੁੰਦਾ ਹੈ ਕਿ ਸਿੱਖ ਮੁਸਲਿਮ ਭਾਈਚਾਰਾ ਦਾ ਕਿਵੇਂ ਪ੍ਰਚਾਰ ਸੀ, ਕਿ ਇੱਕ ਸਿੱਖ ਮੁਸਲਮਾਨਾਂ ਦੇ ਨਾਲ ਕਿਵੇਂ ਪਿਆਰ ਮੁਹੱਬਤ ਨਾਲ ਰਹਿੰਦੇ ਸੀ। ਬਲਕਿ ਸਾਰੇ ਲੋਕ ਹੁਣ ਦੇ ਦੌਰ ਔਰ ਉਦੋਂ ਦੇ ਦੌਰ ਦਾ ਅਗਰ ਮੁਆਜ਼ਨਾ ਕੀਤਾ ਜਾਏ ਤੇ ਲੋਕਾਂ 'ਚ ਉਹ ਮੁਹੱਬਤ ਖਤਮ ਹੋ ਗਈ ਜਿਹੜੇ ਉਹਨਾਂ ਲੋਕਾਂ ਦੇ ਵਿੱਚ ਹੈ ਸੀ। ਮਜ਼ਹਬ ਹੋਰ ਹੁੰਦਿਆਂ ਹੋਇਆਂ, ਦੀਨ ਹੋਰ ਹੁੰਦਿਆਂ ਹੋਇਆਂ, ਆਪਣਾ ਅਗਰਚੇ ਇਲਾਕੇ ਵੀ ਮੁਖਤਲਿਫ ਹੁੰਦੇ ਸੀ ਲੇਕਿਨ ਇੱਕ ਦੂਸਰੇ ਦਾ ਬਤੌਰ ਇਨਸਾਨੀਅਤ ਇੱਕ ਦੂਸਰੇ ਦਾ ਬੜਾ ਇਹਤਰਾਮ ਕਰਦੇ ਸੀ। ਬਾਬਾ ਜੀ ਹੋਰਾਂ ਨੇ ਗੱਲਾਂ ਸੁਣਾਈਆਂ, ਤੁਸੀਂ ਸੁਣੀਆਂ ਕਿ ਬਾਬਾ ਜੀ ਹੋਰਾਂ ਨੂੰ ਖੁਦ ਉਹ ਜਿਹੜਾ ਉੱਥੋਂ ਦਾ ਰਾਜਾ ਸੀ ਛੱਡ ਕੇ ਗਿਆ ਫਲੋਰ ਕੈਂਪਸ ਦੇ ਵਿੱਚ। ਔਰ ਫਿਰ ਜਿਹੜੇ ਜਗਤ ਸਿੰਘ ਇਹਨਾਂ ਦੇ ਲੰਬੜਦਾਰ ਸੀ, ਈਦ ਦੀ ਨਮਾਜ਼ ਇਹਨਾਂ ਨੂੰ ਪੜ੍ਹਾਉਂਦੇ ਹੁੰਦੇ, ਉਹਨਾਂ ਖੁਦ ਖੜੇ ਹੋ ਕੇ ਪੜ੍ਹਾਈ, ਨਿਗਰਾਨੀ ਕੀਤੀ ਉਹਨਾਂ ਨੇ ਇਹਨਾਂ ਦੀ ਨਮਾਜ਼ ਪੜ੍ਹਦਿਆਂ ਕਿ ਇਹਨਾਂ ਨੂੰ ਕੋਈ ਤਕਲੀਫ ਨਾ ਪਹੁੰਚੇ। ਨਾਜ਼ਰੀਨ, ਇਹ ਬੜੇ ਪਿਆਰ ਤੇ ਮੁਹੱਬਤ ਤੇ ਅਮਨ ਆਸੀ ਦੇ ਨਾਲ ਰਹਿਣ ਵਾਲੇ ਐਡੀ ਬੁਰੀ ਨਹੀਂ ਸੀ ਇਹ। ਤੇ ਉਹਨਾਂ ਲੋਕਾਂ ਨੇ ਚੰਦ ਲੋਕ ਜਿਹੜੇ ਫਿਰ ਬਾਅਦ ਚ ਹੋ ਜਾਂਦੇ ਤਮਾਸ਼ਬੀਨ ਲੁੱਟਣ ਖੋਹਣ ਵਾਲੇ ਵਿੱਚ ਬਣ ਗਏ ਨਾ। ਕੁਛ ਤਾਂ ਜਿਹੜੇ ਪਹਿਲੇ ਸੀ ਉਹ ਉਹਨਾਂ ਨੇ ਸ਼ੁਰੂ ਕੀਤਾ ਤੇ ਫਿਰ ਲੁੱਟਣ ਖੋਹਣ ਵਾਲੇ ਜਿਹੜੇ ਸੀ ਉਹ ਵਿੱਚ ਰਲ ਗਏ, ਖਰਾਬ ਕਰਤਾ। ਬਸ ਉਹਨਾਂ ਨੇ ਸਾਰੇ ਲੋਕ ਬੜੇ ਮੁਹੱਬਤ ਦੇ ਨਾਲ ਰਹਿੰਦੇ, ਕੋਈ ਮਸਲਾ ਹੀ ਨਹੀਂ ਸੀ। ਹਾਂ ਨਾਜ਼ਰੀਨ, ਮੈਂ ਵਸੀਮ ਹੈਦਰ ਅਲੀ PhD ਪੰਜਾਬੀ ਸਟੂਡੀਓ ਤੋਂ ਹੈਦਰ ਅਲੀ ਦਰਵੇਸ਼ ਤੇ ਆਸਫ ਅਲੀ ਨਜਮ ਦੇ ਨਾਲ ਇਜਾਜ਼ਤ ਚਾਹਾਂਗਾ। ਰੱਬ ਰੱਖ।